ਇਹ ਕਹਾਣੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਰਾਤ ਨੂੰ ਮਾਵਾਂ ਦੇ ਗੋਡੇ ਮੁੱਢ ਬੈਠ ਕੇ ਤਾਰਿਆਂ ਦੇ ਵਿੱਚੋਂ ਸੁਪਨੇ ਲੱਭਣ ਦੀ ਕੋਸ਼ਿਸ਼ ਕੀਤੀ, ਜਿਨ੍ਹਾਂ ਜ਼ਿੰਦਗੀ ਦੇ ਅਰਮਾਨਾਂ ਨੂੰ ਚੰਨ ਦੀ ਰੌਸ਼ਨੀ ਦੇ ਵਿੱਚੋਂ ਲੱਭਿਆ, ਜਿਹੜੇ ਪੋਹ ਮਾਘ ਦੀਆਂ ਰਾਤਾਂ ਦੇ ਵਿੱਚ ਠਰੇ ਵੀ ਤੇ ਜੇਠ ਹਾੜ ਦੀਆਂ ਰਾਤਾਂ ਦੇ ਵਿੱਚ ਤਪੇ ਵੀ, ਪਰ ਜ਼ਿੰਦਗੀ ਦੀ ਜੱਦੋ-ਜਹਿਦ ਦੇ ਨਾਲ ਆਪਣੀਆਂ ਸੱਧਰਾਂ ਨੂੰ ਵਿਆਹਿਆ। ਉਹਨਾਂ ਦੀ ਕਹਾਣੀ ਲੈ ਕੇ ਹਾਜ਼ਰ ਹਾਂ ਹਨੇਰੇ ਚੋਂ ਉੱਗੇ ਲੋਕ। ਇੱਕ ਮਨੁੱਖ ਦਾ ਸਰੀਰ ਅਤੇ ਉਸ ਸਰੀਰ ਦੀ ਸਮਰੱਥਾ ਬਹੁਤ ਕੁਝ ਹੁੰਦੀ ਹੈ, ਪਰ ਇਹ ਸਭ ਕੁਝ ਨਹੀਂ ਹੁੰਦੀ। ਇਸ ਤੋਂ ਅੱਗੇ ਵੀ ਬਹੁਤ ਕੁਝ ਹੁੰਦਾ ਹੈ। ਇਸ ਕਥਨ ਨੂੰ ਅਤੇ ਇਸ ਸੋਚ ਨੂੰ ਸੱਚ ਸਾਬਤ ਕਰ ਵਿਖਾਇਆ ਹੈ, ਸਹੀ ਸਾਬਤ ਕਰ ਵਿਖਾਇਆ ਹੈ ਦੁਆਬੇ ਦੇ ਨਾਮਵਰ ਪੈਰਾਲੰਪਿਕ ਐਥਲੀਟ ਰਾਜਿੰਦਰ ਸਿੰਘ ਰਹੇਲੂ ਨੇ, ਜਿਨ੍ਹਾਂ ਨੇ ਪੋਲੀਓ ਵਰਗੀ ਬਿਮਾਰੀ ਦਾ ਟਾਕਰਾ ਕੀਤਾ। ਪੋਲੀਓ ਦਾ ਸਰੀਰ ਉੱਤੇ ਵੱਡਾ ਅਸਰ ਹੋਣ ਦੇ ਬਾਵਜੂਦ ਉਹਨਾਂ ਨੇ ਹਿੰਮਤ ਬਣਾ ਕੇ ਰੱਖੀ, ਸਿਰੜ ਦੇ ਨਾਲ ਅੱਗੇ ਵਧੇ ਅਤੇ ਖੇਡ ਦੇ ਮੈਦਾਨ ਵਿੱਚ ਬਹੁਤ ਵੱਡੀਆਂ ਪ੍ਰਾਪਤੀਆਂ ਕਰਕੇ ਵਿਖਾਈਆਂ। ਸਾਲ 2004 ਦੀਆਂ ਸਮਰ ਪੈਰਾਲੰਪਿਕ ਖੇਡਾਂ ਵਿੱਚ ਉਹਨਾਂ ਨੇ 56 ਕਿਲੋ ਵਰਗ ਵਿੱਚ ਕਾਂਸੇ ਦਾ ਮੈਡਲ ਜਿੱਤਿਆ। ਇਸ ਤੋਂ ਬਾਅਦ 2008 ਦੀਆਂ ਖੇਡਾਂ ਵਿੱਚ ਬੀਜਿੰਗ ਵਿਖੇ ਉਹਨਾਂ ਨੇ 5ਵਾਂ ਸਥਾਨ ਹਾਸਲ ਕੀਤਾ। ਆਪਣੀ ਹਿੰਮਤ ਅਤੇ ਸਿਰੜ ਸਦਕਾ ਉਹਨਾਂ ਨੇ ਖੇਡਾਂ ਦੇ ਮੈਦਾਨ ਵਿੱਚ ਜੋ ਪ੍ਰਾਪਤੀਆਂ ਕੀਤੀਆਂ, ਉਸ ਬਦਲੇ ਉਹਨਾਂ ਨੂੰ ਦੇਸ਼ ਦੇ ਵਕਾਰੀ ਅਰਜੁਨ ਅਵਾਰਡ ਦੇ ਨਾਲ ਵੀ ਸਨਮਾਨਿਤ ਕੀਤਾ ਗਿਆ। ਕੁੱਲ ਮਿਲਾ ਕੇ ਉਹਨਾਂ ਨੇ 2004 ਤੋਂ ਲੈ ਕੇ 2012 ਦੀਆਂ ਲੰਡਨ ਖੇਡਾਂ ਯਾਨੀ ਕੁੱਲ 3 ਗਰਮ ਰੁੱਤ ਦੀਆਂ ਪੈਰਾਲੰਪਿਕ ਖੇਡਾਂ ਵਿੱਚ ਹਿੱਸਾ ਲਿਆ ਤੇ ਦੇਸ਼ ਦੀ ਪ੍ਰਤੀਨਿਧਤਾ ਕੀਤੀ। ਕਿ ਇਸ ਤੋਂ ਇਲਾਵਾ IWAS ਵਰਲਡ ਗੇਮਸ, ਏਸ਼ੀਅਨ ਬੈਂਚ ਪ੍ਰੈਸ ਚੈਂਪੀਅਨਸ਼ਿਪ ਅਤੇ ਕਾਮਨਵੈਲਥ ਖੇਡਾਂ ਵਿੱਚ ਵੀ ਹਿੱਸਾ ਲਿਆ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਆਪਣੀ ਖੇਡ ਦੇ ਜੌਹਰ ਵਿਖਾਏ। ਅੱਜ ਕੱਲ੍ਹ ਉਹ ਗੁਜਰਾਤ ਦੇ ਗਾਂਧੀ ਨਗਰ ਵਿਖੇ NSWC ਸਪੋਰਟਸ ਅਥਾਰਟੀ ਆਫ ਇੰਡੀਆ ਦੇ ਸੈਂਟਰ ਵਿੱਚ ਵੇਟ ਲਿਫਟਿੰਗ, ਪੈਰਾ ਪਾਵਰ ਲਿਫਟਿੰਗ ਦੇ ਕੋਚ ਵਜੋਂ ਜ਼ਿੰਮੇਵਾਰੀ ਨਿਭਾ ਰਹੇ ਨੇ ਅਤੇ ਪੁੰਗਰ ਦੇ ਖਿਡਾਰੀਆਂ ਨੂੰ ਆਪਣੇ ਵਰਗੀ ਸਿਰੜ ਸਮੇਤ ਅੱਗੇ ਵਧਣ ਲਈ ਪ੍ਰੇਰਨਾ ਦੇ ਰਹੇ ਨੇ। ਅੱਜ ਦੀ ਇਸ ਵਿਸ਼ੇਸ਼ ਪੇਸ਼ਕਸ਼ ਵਿੱਚ ਆਓ ਜਾਣਦੇ ਹਾਂ ਰਾਜਿੰਦਰ ਸਿੰਘ ਰਹੇਲੂ ਦਾ ਸਫ਼ਰ, ਉਹਨਾਂ ਦੀ ਜ਼ੁਬਾਨੀ। ਵਾਜ ਟੀਵੀ ਦੇ ਦੁਨੀਆ ਭਰ ਦੇ ਦਰਸ਼ਕਾਂ ਨੂੰ ਮੈਂ ਦਵਿੰਦਰ ਸਿੰਘ ਖੁਸ਼ਾਮਦੀਦ ਆਖਦਾ ਹਾਂ। ਜੋ ਵਾਜ ਟੀਵੀ ਵੱਲੋਂ ਸਾਡਾ ਜੋ ਪ੍ਰੋਗਰਾਮ ਹੈ ਹਨੇਰੇ ਵਿੱਚੋਂ ਉੱਗੇ ਲੋਕ, ਉਹ ਲੋਕ ਜੋ ਕਿ ਛੋਟੇ ਜਿਹੇ ਆਪਣੇ ਪਿੰਡਾਂ ਕਸਬਿਆਂ ਵਿੱਚੋਂ ਉੱਠ ਕੇ ਦੁਨੀਆ ਦੇ ਇੱਕ ਵੱਡੇ ਨਕਸ਼ੇ 'ਤੇ ਆਪਣੀ ਪਛਾਣ ਬਣਾਉਣ ਵਿੱਚ ਕਾਮਯਾਬ ਹੁੰਦੇ ਹਨ, ਉਹਨਾਂ ਲੋਕਾਂ ਦੇ ਰੂਬਰੂ ਅਸੀਂ ਤੁਹਾਨੂੰ ਲਗਾਤਾਰ ਕਰਵਾਉਂਦੇ ਹਾਂ। ਜਿਵੇਂ ਕਿ ਕਥਨਿਆ ਕਿ ਬੇਹਿੰਮਤੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ। ਸੋ ਅਜਿਹੇ ਜਿਹੇ ਲੋਕਾਂ ਦੇ ਵਿੱਚ ਅਸੀਂ ਤੁਹਾਨੂੰ ਲਗਾਤਾਰ ਰੂਬਰੂ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਇਸੇ ਕੜੀ ਦੇ ਵਿੱਚ ਅੱਜ ਅਸੀਂ ਇੱਕ ਬਹੁਤ ਹੀ ਨਾਮਵਰ ਸ਼ਖਸੀਅਤ ਸਰਦਾਰ ਰਾਜਿੰਦਰ ਸਿੰਘ ਰਹੇਲੂ, ਜੋ ਕਿ ਦੁਆਬੇ ਦੇ ਇੱਕ ਮਸ਼ਹੂਰ ਨਗਰ ਮੈਸਮਪੁਰ ਦੇ ਵਸਨੀਕ ਨੇ, ਆਓ ਉਹਨਾਂ ਦੇ ਤੁਹਾਨੂੰ ਰੂਬਰੂ ਕਰਾਉਣ ਜਾ ਰਹੇ ਹਾਂ। ਸਰਦਾਰ ਰਾਜਿੰਦਰ ਸਿੰਘ ਰਹੇਲੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰਹੇਲੂ ਸਾਹਿਬ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਬੜੀ ਖੁਸ਼ੀ ਔਰ ਮਾਣ ਦੀ ਗੱਲ ਹੈ ਕਿ ਦੁਆਬੇ ਦੇ ਇਸ ਮਸ਼ਹੂਰ ਨਗਰ ਮੈਸਮਪੁਰ ਦਾ ਇੱਕ ਨੌਜਵਾਨ ਜਿਹਨੇ ਕਿ ਦੁਨੀਆ ਭਰ ਦੇ ਵਿੱਚ ਪਹਿਚਾਣ ਬਣਾਈ ਹੈ। 2 ਸ਼ਬਦ ਪਹਿਲਾਂ ਇਹ ਲੱਗੂਗਾ, ਅੱਜ ਜਿਸ ਮੁਕਾਮ 'ਤੇ ਤੁਸੀਂ ਪਹੁੰਚੇ ਆ, ਕਿਹੋ ਜਿਹਾ ਮਹਿਸੂਸ ਕਰਦੇ ਆ? ਬਹੁਤ ਵਧੀਆ ਲੱਗ ਰਿਹਾ, ਕਿਉਂਕਿ ਕਿਸੇ ਚੀਜ਼ ਦੀ ਖੁਸ਼ੀ ਨੂੰ ਮਹਿਸੂਸ ਕਰਨ ਲਈ ਤੁਹਾਨੂੰ ਪਹਿਲਾਂ ਪਿਛੋਕੜ 'ਚ ਜਾਣਾ ਪੈਂਦਾ। ਜੇ ਮੈਂ ਪਿਛਲੀ ਆਪਣੀ 25 ਸਾਲ 20 ਸਾਲ ਪਿਛਲੀ ਲਾਈਫ ਦੇਖਾਂ ਜੀ, ਤੇ ਬਿਲਕੁਲ ਹੀ ਮਤਲਬ ਯੂ ਟਰਨ ਵੱਜਿਆ ਜੀ। ਪੂਰੀ ਲਾਈਫ ਮੇਰੀ ਚੇਂਜ ਹੋਈ ਆ। ਬਹੁਤ ਖੁਸ਼ੀ ਦੀ ਵੀ ਗੱਲ ਆ, ਮਾਣ ਵਾਲੀ ਗੱਲ ਆ ਕਿ ਮੈਂ ਇਸ ਮੁਕਾਮ 'ਤੇ ਪਹੁੰਚਿਆ। ਪ੍ਰਮਾਤਮਾ ਨੇ ਮੈਨੂੰ ਇਹ ਬਲ ਬਖਸ਼ਿਆ। ਪਰਿਵਾਰਕ ਪਿਛੋਕੜ ਦੇ ਵਿੱਚ ਜਿਹੜਾ ਤੁਹਾਡਾ ਕੋਈ ਖੇਡਾਂ ਦੇ ਨਾਲ ਰਾਬਤਾ ਪਰਿਵਾਰ ਵਿੱਚੋਂ ਸੀ ਪਹਿਲਾਂ ਕੋਈ?
ਨਹੀਂ ਜੀ, ਪਰਿਵਾਰ ਵੱਲੋਂ ਤਾਂ ਨਹੀਂ ਸੀ। ਪਰਿਵਾਰ ਤਾਂ ਇੱਕ ਮਿਹਨਤਕਸ਼ ਪਰਿਵਾਰ ਸੀ ਸਾਡਾ, ਜੀ ਹੈ ਨਾ। ਡੈਡੀ ਹੁਣੀ ਔਰ ਮੰਮੀ ਹੁਣੀ ਲੇਬਰ ਦਾ ਹੀ ਕੰਮ ਕੀਤਾ ਆ, ਜੀ ਹੱਥੀਂ ਦਿਹਾੜੀਆਂ ਦਾ ਹੀ ਕੰਮ ਕੀਤਾ ਆ। ਜੀ ਪਰ ਉਹਨਾਂ ਦੀ ਜਿਹੜੀ ਇੱਕ ਪ੍ਰੇਰਨਾ ਸੀਗੀ, ਇੱਕ ਹੌਸਲਾ ਸੀਗਾ, ਜਿਹੜਾ ਹੱਲਾਸ਼ੇਰੀ ਸੀ, ਜੀ ਉਹ ਇੱਕ ਬਹੁਤ ਵੱਡਾ ਮੇਰੇ ਲਈ ਮਤਲਬ ਉਹਨਾਂ ਨੇ ਰੋਲ ਅਦਾ ਕੀਤਾ। ਪਹਿਲੇ ਕਦਮ ਤੋਂ ਲੈ ਕੇ ਜਿਸ ਮੁਕਾਮ 'ਤੇ ਤੁਸੀਂ ਪਹੁੰਚੇ, ਇੱਕ ਬਹੁਤ ਵੱਡਾ ਸਫ਼ਰ ਆ, ਬਹੁਤ ਕਠਿਨਾਈਆਂ ਆ ਅਤੇ ਬਹੁਤ ਸਾਰੀਆਂ ਯਾਦਾਂ ਵੀ ਨਾਲ ਜੁੜੀਆਂ। ਹੁਣ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਸਾਰੀਆਂ ਯਾਦਾਂ ਕਠਿਨਾਈਆਂ ਨੂੰ ਵੀ ਵਿੱਚ ਜ਼ਿਕਰ ਕਰਦੇ ਜਾਈਏ। ਸਾਰਿਆਂ ਤੋਂ ਪਹਿਲਾਂ ਆਪਾਂ ਜ਼ਿਕਰ ਕਰਕੇ ਪਰਿਵਾਰ ਦਾ, ਮਾਤਾ ਪਿਤਾ ਦਾ, ਭੈਣ ਭਰਾਵਾਂ ਦਾ ਔਰ ਬੱਚਿਆਂ ਦਾ। ਜੀ, ਮਾਤਾ ਪਿਤਾ ਪਰਮਾਤਮਾ ਦੇ ਚਰਨਾਂ 'ਚ ਬਿਰਾਜੇ ਹੋਏ ਆ। ਜੀ 10 ਸਾਲ ਹੋ ਗਏ ਉਹਨਾਂ ਨੂੰ। ਔਰ 2 ਮੇਰੇ ਬ੍ਰਦਰ ਨੇ ਜੀ ਔਰ 2 ਸਿਸਟਰ ਨੇ। ਸਾਰੇ ਆਪਣੇ ਸੈਟਲ ਨੇ, ਬ੍ਰਦਰ ਅਤੇ ਸਿਸਟਰ ਦੋਨੋਂ ਕੈਨੇਡਾ ਆ, ਬ੍ਰਦਰ ਮੇਰੇ ਨਾਲ ਹੀ ਇੱਥੇ ਰਹਿੰਦੇ ਆ। ਮੇਰੀ ਫੈਮਿਲੀ ਵਿੱਚ ਵਾਈਫ ਅਤੇ 2 ਬੇਟੀਆਂ ਮੇਰੀਆਂ। ਜੀ ਜੀ ਸੋ ਪਰਮਾਤਮਾ ਤੁਹਾਡੇ ਪਰਿਵਾਰ ਨੂੰ ਤਰੱਕੀਆਂ ਖੁਸ਼ੀਆਂ ਬਖਸ਼ੇ। ਅਤੇ ਬੜੇ ਅਫਸੋਸ ਦੀ ਗੱਲ ਹੈ ਕਿ ਮਾਤਾ ਪਿਤਾ ਜਿਹੜੇ ਹੈਗੇ ਕਠਿਨਾਈਆਂ ਦੇ ਦੌਰ ਵਿੱਚ ਤੁਹਾਡਾ ਸਾਥ ਦਿੰਦੇ ਆ, ਪਰ ਜਦੋਂ ਸਫਲਤਾ ਹਾਸਲ ਹੋ ਜਾਂਦੀ ਹੈ ਉਸ ਵਿੱਚ ਤੁਹਾਡੇ ਨਹੀਂ ਸ਼ਰੀਕ ਹੋ ਸਕੇ। ਅਤੇ ਇਸ ਜਿਹੜੀ ਸ਼ੁਰੂਆਤ ਹੈ ਸਫ਼ਰ ਦੀ ਕਿਵੇਂ ਹੋਈ? ਕਿਉਂਕਿ ਆਪਣਾ ਜਿਹੜਾ ਏਰੀਆ ਹੈ ਵੈਸੇ ਤਾਂ ਜਿਹੜਾ ਜਲੰਧਰ ਖੇਤਰ ਹੈ ਖੇਡਾਂ ਦੇ ਤੌਰ 'ਤੇ ਜਾਣਿਆ ਜਾਂਦਾ ਹੈ ਵੀ ਮਸ਼ਹੂਰ ਹੈ ਜਲੰਧਰ ਖੇਡਾਂ ਦੇ ਵਾਸਤੇ ਤਾਂ, ਪਰ ਆਪਣੇ ਇਹਨਾਂ ਪਿੰਡਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ 'ਚ ਕੋਈ ਨਾਮਵਰ ਖਿਡਾਰੀ ਜ਼ਿਆਦਾ ਨਹੀਂ ਨਿਕਲੇ ਹੈਗੇ। ਸ਼ੁਰੂਆਤ ਖੇਡਾਂ ਨਾਲ ਕਿਵੇਂ ਹੋਈ ਅਤੇ ਕਿਵੇਂ ਰਾਬਤਾ ਹੋਇਆ? ਕਿਉਂਕਿ ਸਰੀਰਕ ਤੌਰ 'ਤੇ ਆਪਾਂ ਨੂੰ ਪਤਾ ਵੀ ਤੁਹਾਡੇ ਜਿਹੜੀ ਸੀਗੀ ਇੱਕ ਘਾਟ ਸੀਗੀ, ਇਹ ਸਰੀਰਕ ਕਮਜ਼ੋਰੀ ਨੂੰ ਪਾਰ ਪਾ ਕੇ ਇਸ ਖੇਤਰ ਨੂੰ ਚੁਣਨਾ ਕਿਵੇਂ ਹੋਇਆ ਹੈ? ਜਿਹੜੀ ਸਰੀਰਕ ਘਾਟ ਸੀ, ਸ਼ਾਇਦ ਇੱਥੋਂ ਹੀ ਮੈਨੂੰ ਪ੍ਰੇਰਨਾ ਮਿਲੀ ਆ। ਜੀ ਮੈਨੂੰ ਇਹ ਮਹਿਸੂਸ ਹੁੰਦਾ ਸੀਗਾ ਕਿ ਮੈਂ ਕੁਛ ਅਜਿਹਾ ਕਰਨਾ ਜਿਹੜਾ ਕਿ ਥੋੜ੍ਹਾ ਅਲੱਗ ਹੋਵੇ। ਜੀ ਰੈਗੂਲਰ ਲਾਈਫ ਨਹੀਂ ਸੀ ਮੈਂ ਜੀਣਾ ਚਾਹੁੰਦਾ ਕਿ ਜਿੱਦਾਂ ਬਾਕੀ ਆਪਾਂ ਕੰਮ ਕਰ ਲਿਆ ਬਸ ਠੀਕ ਆ। ਮੈਂ ਕੁਛ ਅਲੱਗ ਕਰਨਾ ਚਾਹੁੰਦਾ ਸੀ। ਕਾਫੀ ਕੁਛ ਟਰਾਈ ਵੀ ਕੀਤਾ ਪਹਿਲਾਂ। ਜੀ ਮੇਰੀ ਸਟੱਡੀ ਜਿਹੜੀ ਆ +2 ਤੱਕ ਹੀ ਹੋਈ ਆ। ਜੀ ਉਹ ਵੀ ਡਿਸਟੈਂਸ ਐਜੂਕੇਸ਼ਨ 'ਚ। ਉਸ ਤੋਂ ਬਾਅਦ 'ਚ ਰੋਜੀ ਰੋਟੀ ਲਈ ਵੀ ਕਾਫੀ ਕੁਛ ਟਰਾਈ ਕੀਤਾ। ਜੀ ਸਟੈਨੋ ਵਗੈਰਾ ਦੇ ਵੀ ਕੀਤੇ ਕੋਰਸ, ਅਕਾਊਂਟਸ ਦੇ ਵੀ ਕੀਤੇ ਆ, ਪਰ ਨਹੀਂ ਕਿਤੇ ਸਫਲ ਨਹੀਂ ਹੋ ਪਾਇਆ ਕਿਉਂਕਿ ਕਿਤੇ ਨਾ ਕਿਤੇ ਮੇਰੀ ਜਿਹੜੀ ਇਹ ਡਿਸੇਬਿਲਟੀ ਸੀ ਉਹ ਅੜਚਨ ਬਣਦੀ ਸੀ ਮੇਰੇ ਲਈ। ਜੀ ਅਤੇ ਪਰ ਮੈਂ ਹਰ ਇੱਕ ਨਵੀਂ ਕੋਸ਼ਿਸ਼ ਕਰਦਾ ਸੀਗਾ, ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਦਾ ਸੀਗਾ। ਜਿੱਦਾਂ ਕਿ ਮੇਰੇ ਫਾਦਰ ਸਾਹਿਬ ਹੁਣੀ ਹਮੇਸ਼ਾ ਹੀ ਮੈਨੂੰ ਇਹ ਪ੍ਰੇਰਿਤ ਕੀਤਾ ਕਿ ਜਿਹੜਾ ਵੀ ਕੰਮ ਕਰਨਾ ਦਿਲ ਲਾ ਕੇ ਕਰੋ, ਜੀ ਹੈ ਨਾ, ਅਤੇ ਰਿਜ਼ਲਟ ਦੀ ਫਿਕਰ ਨਹੀਂ ਕਰਨੀ ਚਾਹੀਦੀ, ਰਿਜ਼ਲਟ ਤਾਂ ਮਿਲਦੇ ਰਹਿੰਦੇ ਆ। ਅਤੇ ਮੈਂ ਹਰ ਚੀਜ਼ ਨਵੀਂ ਟਰਾਈ ਕਰਦਾ ਸੀ, ਬਹੁਤ ਸਾਰਾ ਟਰਾਈ ਕੀਤਾ, ਨਹੀਂ ਹੋਇਆ। ਫਿਰ ਮੇਰੇ ਦੋਸਤ ਸੀਗੇ ਸੁਰਿੰਦਰ ਸਿੰਘ ਰਾਣਾ ਪ੍ਰਤਾਪਰੇ ਤੋਂ ਆ। ਜੀ ਉਹ ਪਾਵਰ ਲਿਫਟਿੰਗ ਕਰਦੇ ਸੀਗੇ। ਸਪੋਰਟਸ ਬਾਰੇ ਮੈਨੂੰ ਕੋਈ ਖਾਸ ਨੌਲੇਜ ਨਹੀਂ ਸੀ ਹੋਈ ਵੀ ਸਪੋਰਟਸ ਖੇਡਾਂ ਹੁੰਦੀਆਂ ਕਿ ਜਿੱਦਾਂ ਆਪਾਂ ਟੂਰਨਾਮੈਂਟ ਦੇਖਦੇ ਹਾਂ, ਕਬੱਡੀ, ਵਾਲੀਬਾਲ, ਬਸ 2 ਹੀ ਸੀਗੀਆਂ ਜ਼ਿਆਦਾ, ਹੈ ਨਾ, ਅਤੇ ਨੌਲੇਜ ਨਹੀਂ ਸੀ। ਪਰ ਉਹ ਰਾਣਾ ਜੀ ਪਾਵਰ ਲਿਫਟਰ ਸੀਗੇ। ਮੈਨੂੰ ਨਹੀਂ ਸੀ ਪਤਾ ਕਿ ਪਾਵਰ ਲਿਫਟਿੰਗ ਕੀ ਹੁੰਦੀ ਹੈਗੀ ਆ। ਇੱਦਾਂ ਮੈਨੂੰ ਪਤਾ ਵੀ ਖੇਡਦੇ ਆ, ਕੀ ਕਰਦੇ ਆ, ਭਾਰ ਚੁੱਕਦੇ ਆ, ਕੀ ਹੁੰਦਾ ਉਹਦੇ ਬਾਰੇ ਨੌਲੇਜ ਨਹੀਂ ਸੀਗੀ। ਬੜਾ ਇੰਟਰਸਟਿੰਗ ਐਂਡ ਟਰਨਿੰਗ ਪੁਆਇੰਟ ਹੈ ਮੇਰੇ ਲਾਈਫ ਦਾ ਉਹ। ਅਸੀਂ ਬੈਠੇ ਸੀ ਕਿਤੇ ਇੱਕ ਜਗ੍ਹਾ 'ਤੇ, ਉਹ ਰਾਣਾ ਜੀ ਬੈਠੇ ਗੱਲਾਂ ਬਾਤਾਂ ਕਰ ਰਹੇ ਆ, ਅਤੇ ਕੁਛ ਟਾਈਮ ਬਾਅਦ ਉਹ ਕਹਿੰਦੇ ਜਿੰਦਾ ਮੈਂ ਚੱਲਦਾ, ਹੈ ਨਾ, ਮੇਰਾ ਨੈਕ ਨੰਬਰ ਸੋਢੀ ਆ, ਉਹਦੇ ਚੱਲਦਾ, ਹੈ ਨਾ, ਮੇਰੀ ਟ੍ਰੇਨਿੰਗ ਦਾ ਟਾਈਮ ਹੋ ਗਿਆ। ਜੀ ਅਤੇ ਮੈਂ ਇਕੱਲਾ ਹੀ ਸੀਗਾ, ਅਤੇ ਮੈਂ ਉਹਨੂੰ ਰੋਕਣ ਵਾਸਤੇ ਮੈਂ ਉਹਨੂੰ ਕਿਹਾ ਬੈਠ ਜਾਓ ਯਾਰ, ਵੀ ਬਹਿੰਦੇ ਹਾਂ 10 ਮਿੰਟ ਹੋਰ ਲਾਉਂਦੇ ਆਪਾਂ, ਗੱਲਬਾਤ ਕਰਦੇ ਹਾਂ। ਕਹਿੰਦੇ ਨਹੀਂ, ਮੇਰੀ ਟ੍ਰੇਨਿੰਗ ਦਾ ਟਾਈਮ ਹੋ ਗਿਆ। ਟ੍ਰੇਨਿੰਗ ਪਾਵਰ ਇਹ ਕੀ ਹੁੰਦੀ? ਪਾਵਰ ਲਿਫਟਿੰਗ ਕਿੱਦਾਂ ਕਰਦੇ, ਭਾਰ ਕਿੱਦਾਂ ਚੁੱਕਦੇ ਤੁਸੀਂ? ਹਾਂ ਵੀ ਮੇਰਾ ਮਕਸਦ ਤਾਂ ਸੀ ਚੱਲ 10 ਮਿੰਟ ਹੋਰ ਬੈਠੂਗਾ ਮੇਰੇ ਕੋਲ। ਜੀ ਅਤੇ ਪਰ ਇਹ ਜਿਹੜੇ ਸਪੋਰਟਸ ਲਵਰ ਹੁੰਦੇ ਆ, ਉਹ ਆਪਣੀ ਗੇਮ ਬਾਰੇ ਬੜੇ ਸ਼ੌਕ ਨਾਲ ਐਕਸਪਲੇਨ ਕਰਦੇ, ਦੱਸਦੇ ਆ। ਮੈਂ ਮਹਿਸੂਸ ਕੀਤਾ ਕਿ ਮੈਨੂੰ ਵੀ ਕੋਈ ਮੇਰੀ ਗੇਮ ਬਾਰੇ ਪੁੱਛੇ ਤਾਂ ਮੈਂ ਬੜੇ ਵਧੀਆ ਤਰੀਕੇ ਨਾਲ ਐਕਸਪਲੇਨ ਕਰ ਸਕਦਾ, ਜਾਂ ਸਾਨੂੰ ਸ਼ੌਕ ਹੁੰਦਾ ਇਸ ਚੀਜ਼ ਦਾ। ਉਹ ਮੇਰੇ ਕੋਲ ਦੁਬਾਰਾ ਬੈਠ ਗਏ। ਉਹਨਾਂ ਦੱਸਿਆ ਕਿ ਪਾਵਰ ਲਿਫਟਿੰਗ ਕਰਦਾ ਮੈਂ, ਉਹਦੇ ਵਿੱਚ 3 ਇਵੈਂਟ ਹੁੰਦੇ ਆ। ਸਕੁਐਟ ਹੁੰਦੀ, ਡੈਡ ਲਿਫਟ ਹੁੰਦੀ ਆ, ਔਰ ਬੈਂਚ ਪ੍ਰੈਸ ਹੁੰਦੀ ਹੈ। ਜਦੋਂ ਤਿੰਨਾਂ ਨੂੰ ਉਹਨੇ ਮਤਲਬ ਐਕਸਪਲੇਨ ਕੀਤਾ, ਇੱਦਾਂ ਜਦੋਂ ਬੈਂਚ ਪ੍ਰੈਸ ਅਸੀਂ ਪਏ ਬੈਂਚ 'ਤੇ ਲੇਟ ਕੇ ਅਸੀਂ ਵੀ ਬੈਂਚ ਕਰਦੇ ਆ, ਮੇਰੇ ਦਿਮਾਗ 'ਚ ਆਇਆ ਕਿ ਯਾਰ ਇਹ ਬੈਂਚ ਪ੍ਰੈਸ ਤੋਂ ਉੱਪਰਲੀ ਬਾਡੀ ਦਾ ਹੀ ਕੰਮ ਹੈ, ਮੈਂ ਕਰ ਸਕਦਾ। ਜੀ ਤਾਂ ਉਹਨਾਂ ਨੇ ਜਿੱਦਾਂ ਕਿ ਸ਼ਾਇਦ ਉਹਨੇ ਦੇਖਿਆ ਵੀ ਨਹੀਂ ਸੀਗਾ, ਉਹ ਕਹਿੰਦੇ ਨਹੀਂ ਵੀ ਤੂੰ ਨਹੀਂ ਕਰ ਸਕਦਾ ਉਹ, ਕਿ ਸਾਨੂੰ ਬੈਂਚ ਪ੍ਰੈਸ ਨੂੰ ਚੁੱਕਣ ਵਾਸਤੇ ਤੁਹਾਨੂੰ ਪੈਰਾਂ ਦਾ ਗ੍ਰਿਪ ਬਣਾਉਣਾ ਪੈਂਦਾ ਗਰਾਊਂਡ 'ਤੇ, ਕਿ ਤੁਹਾਡੇ ਪੈਰਾਂ ਦਾ ਗ੍ਰਿਪ ਨਹੀਂ ਬਣਨਾ, ਸ਼ਾਇਦ ਬੈਲੈਂਸ ਨਹੀਂ ਬਣਨਾ। ਮੈਂ ਠੀਕ ਆ, ਕਿਉਂਕਿ ਮੈਨੂੰ ਨੌਲੇਜ ਨਹੀਂ ਸੀਗੀ। ਉੱਠ ਕੇ ਜਾਣ ਲੱਗੇ, ਮਤਲਬ 10 ਕਦਮ ਗਏ ਹੋਣੇ ਆ, ਉਹਨੇ ਪਿੱਛੇ ਮੁੜ ਕੇ ਇੱਦਾਂ ਦੇਖਿਆ, ਕਹਿੰਦਾ ਤੁਹਾਡੇ ਆ ਜਾਏ ਯਾਰ, ਆਪਾਂ ਟਰਾਈ ਕਰ ਲਾਂਗੇ, ਜਿਮ ਆ ਜਾਏ ਆਪਾਂ ਟਰਾਈ ਕਰ ਲਾਂਗੇ। ਜੀ ਔਰ ਮੈਂ ਹਰ ਨਵੀਂ ਚੀਜ਼ ਨੂੰ ਬੜੇ ਚਾਅ ਨਾਲ ਕਰਦਾ ਹੁੰਦਾ ਸੀਗਾ। ਮੈਂ ਕਿਹਾ ਮੈਂ ਹੁਣੇ ਆਉਣਾ। ਹਾਂ ਹਾਂ ਕਹਿੰਦੇ ਆ ਜਾ, ਮੈਂ ਚੱਲਿਆ ਅਤੇ ਜਿਮ ਆ ਜਾ।
ਸੋ ਬਹੁਤ ਵਧੀਆ ਸਬੱਬ ਕੁਦਰਤੀ ਬਣ ਗਿਆ। ਬਣ ਗਿਆ ਜੀ, ਬਣ ਗਿਆ। ਤੇ ਉੱਥੋਂ ਬਸ ਉਹਨਾਂ ਦੇ ਕੋਲ ਗਿਆ, ਉਹਨਾਂ ਨੇ ਦੇਖਿਆ, ਲਗਾਇਆ, ਇੰਨੀ ਹੱਲਾਸ਼ੇਰੀ ਦਿੱਤੀ। ਤੇ ਉਹਨਾਂ ਨੇ ਇੱਕ ਵਰਡਿੰਗ ਬੋਲੀ ਸੀਗੀ, ਕਹਿੰਦੇ ਵੀ ਤੂੰ ਇੰਨਾ ਕੁ ਵਧੀਆ, ਜਦੋਂ ਪਹਿਲੇ ਦਿਨ ਹੀ ਉਹਨੇ ਮੇਰੀ ਟਰਾਇਲ ਵਗੈਰਾ ਜਾਂ ਰੱਖ ਲਈਏ, ਲੈ ਆ, ਜਾਂ ਪਹਿਲੇ ਦਿਨ ਚੁਕਾ ਕੇ ਦੇਖਿਆ ਭਾਰ, ਤੇ ਉਸ ਤੋਂ ਬਾਅਦ 'ਚ ਉਹਨੇ ਬੋਲਿਆ ਕਿ ਤੇਰੇ 'ਚ ਪੋਟੈਂਸ਼ੀਅਲ ਮੈਨੂੰ ਇੱਦਾਂ ਹੀ ਦੱਸ ਰਹੀ ਆ ਵੀ ਤੂੰ ਇਸ ਟਾਈਮ, ਅੱਜ ਦੇ ਹੁਣ ਇਸ ਟਾਈਮ ਵੀ ਤੂੰ ਪੰਜਾਬ ਖੇਡਣ ਦੇ ਤੂੰ ਕਾਬਲ ਹੈਗਾ, ਜੇ ਤੂੰ ਥੋੜ੍ਹੀ ਮਿਹਨਤ ਕਰੇਗਾ ਤੇ ਬਹੁਤ ਅੱਗੇ ਤੱਕ ਵੱਧ ਸਕਦਾ। ਉਹ ਸ਼ਾਇਦ ਮੈਂ ਥੋੜ੍ਹੀ ਮਿਹਨਤ ਹਜੇ ਵੀ ਕਰ ਰਿਹਾ, ਬੇਸ਼ੱਕ ਮੈਂ ਕੋਚ ਵੀ ਹਾਂ, ਪਰ ਮੈਂ ਹਜੇ ਵੀ ਮਤਲਬ ਉਹ ਮੇਰੀ ਚੱਲ ਰਹੀ ਹੈ ਮਿਹਨਤ, ਮੈਂ ਛੱਡੀ ਨਹੀਂ ਹੋਈ। ਸੋ ਪਾਰਖੂ ਨਜ਼ਰਾਂ ਜਿਹੜੀਆਂ ਆ ਉਹ ਝੱਟ ਕਿਸੇ ਵੀ ਜਿਹੜਾ ਹੁਨਰ ਆ, ਕਲਾ ਆ, ਉਹਦੀ ਪਛਾਣ ਕਰ ਲੈਂਦੀਆਂ ਆ। ਇੱਕ ਸਬੱਬ ਬਣਿਆ, ਕੁਦਰਤੀ ਸਬੱਬ ਬਣਿਆ, ਕੋਈ ਮਨ ਵਿੱਚ ਧਾਰ ਕੇ ਇਹ ਜਿਹੜੀ ਫੀਲਡ 'ਚ ਚੁਣਨ ਦਾ ਵੀ ਮੌਕਾ ਨਹੀਂ ਮਿਲਿਆ। ਇੱਕ ਪਾਰਖੂ ਨਜ਼ਰ ਨੇ ਨਜ਼ਰ ਪਈ ਆ ਅਤੇ ਇੱਕ ਸਬੱਬ ਬਣ ਗਿਆ, ਅਤੇ ਅੱਜ ਇੱਕ ਉਹ ਮੁਕਾਮ ਦੁਨੀਆ ਜਿਹੜੀ ਸਲਾਮਾ ਕਰਦੀ ਹੈ। ਅੱਛੀ, ਕਿਉਂਕਿ ਪਾਵਰ ਲਿਫਟਿੰਗ ਦੇ ਵਿੱਚ ਵਾਕਈ ਇਹ ਮੈਨੂੰ ਇੱਕ ਮੇਰੀ ਖੁਸ਼ਨਸੀਬੀ ਆ ਕਿ ਇੰਡੀਆ ਦਾ ਮੈਂ ਇੱਕੋ ਇੱਕ ਪੈਰਾਲੰਪਿਕ ਮੈਡਲਿਸਟ ਆ ਹਜੇ ਤੱਕ ਹਿਸਟਰੀ ਦੇ ਵਿੱਚ, ਪਹਿਲਾ ਅਤੇ ਇੱਕੋ ਇੱਕ ਆ। ਔਰ ਮੇਰਾ ਸੁਪਨਾ ਹੈ ਕਿ ਜਿਹੜਾ ਅਗਲਾ ਮੈਡਲ ਆਵੇ, ਮੇਰੇ ਹੀ ਸਟੂਡੈਂਟ, ਮੇਰੇ ਚੇਲੇ ਲੈ ਕੇ ਆਉਣ। 2024 ਦੇ ਵਿੱਚ ਤਿਆਰੀ ਚੱਲ ਰਹੀ ਹੈ ਸਾਡੀ, ਵਧੀਆ ਮੇਰੇ ਸਟੂਡੈਂਟ ਹੈਗੇ ਆ। ਉਮੀਦ ਹੈ ਕਿ 2004 ਦੇ ਵਿੱਚ ਮੇਰਾ ਪੈਰਾਲੰਪਿਕ ਮੈਡਲ ਪਿਆ ਸੀਗਾ, ਅਤੇ 20 ਸਾਲ ਬਾਅਦ ਮੇਰਾ ਹੀ ਚੇਲਾ ਲੈ ਕੇ ਆਊਗਾ, ਅਤੇ ਮੇਰੇ ਲਈ ਹੋਰ ਮਾਣ ਵਾਲੀ ਗੱਲ ਹੋਊਗੀ। ਤੁਹਾਡੀਆਂ ਉਪਲਬਧੀਆਂ ਆਪਾਂ ਇਕੱਲੀਆਂ ਸਾਰੀਆਂ ਦਾ ਜ਼ਿਕਰ ਕਰਾਂਗੇ। ਇੱਕ ਆਪਾਂ ਕਹਿ ਦਈਏ ਵੀ ਜਦੋਂ ਐਜ਼ ਏ ਖਿਡਾਰੀ ਚਲੋ ਤੁਹਾਡਾ ਦਾਖਲਾ ਹੋ ਗਿਆ ਇਸ ਗੇਮ ਦੇ ਵਿੱਚ, ਪਹਿਲੀ ਵਾਰ ਕਦੋਂ ਮੌਕਾ ਮਿਲਿਆ, ਕਿਹੜਾ ਕੰਪੀਟੀਸ਼ਨ ਜਿਹੜਾ ਆਪਾਂ ਉਹ ਲੜਿਆ ਪਹਿਲਾਂ? ਸ਼ੁਰੂਆਤ ਕੀਤੀ ਗੇਮ ਦੀ ਤਾਂ ਸਭ ਟ੍ਰੇਨਿੰਗ ਕਰਦੇ ਉਸ ਵੇਲੇ ਨਾ, ਜੇ ਮੈਂ 95 ਦੀ ਗੱਲ ਕਰਦਾ, 1995 ਦੀ, ਉਸ ਵੇਲੇ ਸਪੋਰਟਸ ਕਲਚਰ ਨਹੀਂ ਸੀ ਹੁੰਦਾ ਪਿੰਡਾਂ ਦੇ ਵਿੱਚ ਜੀ। ਮੈਨੂੰ ਪਤਾ ਲੱਗ ਗਿਆ ਸੀਗਾ ਬੈਂਚ ਪ੍ਰੈਸ ਕਰਨੀ ਆ, ਇੱਦਾਂ ਹੁੰਦੀ ਆ, ਪਰ ਉਹ ਕਰਨੀ ਕਿੱਥੇ ਆ ਜੀ, ਸਾਡੇ ਕੋਲ ਸਾਧਨ ਨਹੀਂ ਗਏ। ਮੈਂ ਕੁਛ ਟਾਈਮ ਤੋਂ ਉਹਨਾਂ ਕੋਲ ਰਾਣਾ ਸਾਹਿਬ ਕੋਲ ਉੱਥੇ ਗਏ ਆ, ਮੈਂ ਫਤਾਪਰਾ ਪਿੰਡ ਆਪਣੇ ਨੇੜੇ ਜੀ, ਅਤੇ ਉਹਦੇ ਕੋਲ ਗਏ ਆ, ਪਰ ਉਹ ਉਸ ਵੇਲੇ ਸਟੇਟ ਚੈਂਪੀਅਨ ਸੀ, ਨੈਸ਼ਨਲ ਖੇਡਿਆ ਹੋਇਆ ਸੀ, ਮਤਲਬ ਸਟਾਰ ਪਲੇਅਰ ਉਸ ਵੇਲੇ ਉਹ ਮੰਨਦੇ ਸੀ ਉਹਨਾਂ ਨੂੰ। ਤਾਂ ਉਹ ਆਪਣੇ ਹਿਸਾਬ ਨਾਲ ਹੀ ਆਉਂਦੇ ਸੀ, ਕਦੀ ਆ ਗਏ ਕਦੀ ਨਾ ਗਏ। ਅਤੇ ਮੇਰੇ ਖਿਆਲ 'ਚ ਮਹੀਨੇ ਵੀ ਜੂਨ ਜੁਲਾਈ ਦੇ ਸੀਗੇ, ਤਾਂ ਮੈਂ ਟਰਾਈਸਾਈਕਲ 'ਤੇ ਜਾਂਦਾ ਹੁੰਦਾ ਸੀਗਾ। ਕਈ ਵਾਰੀ ਜਾਣਾ, ਜਾ ਕੇ ਜਿਮ ਖੁੱਲ੍ਹੀ ਨਹੀਂ, ਬੈਠ ਕੇ ਮੁੜੇ ਆਉਣਾ, ਕਿ ਇੱਥੋਂ 3.5-4 ਕਿਲੋਮੀਟਰ ਹੈਗਾ ਆ। ਅਤੇ ਬੜੀਆਂ ਕਠਿਨਾਈਆਂ ਕੀਤੀਆਂ, ਕਿ ਕਦੀ ਕਿਤੇ ਰੱਖ ਲਿਆ ਵੇਟ, ਕਦੀ ਕਿਤੇ ਰੱਖ ਲਿਆ। ਉਸ ਤੋਂ ਬਾਅਦ ਵਿੱਚ ਸਾਡੇ 96 ਦੇ ਵਿੱਚ, 96 ਦੇ ਵਿੱਚ ਪਿੰਡ ਹੀ ਪਹਿਲਵਾਨ ਹੁਕਮਾ ਸਿੰਘ ਯੂਥ ਐਂਡ ਸਪੋਰਟਸ ਕਲੱਬ ਰੀਗਠਨ ਕੀਤਾ ਗਿਆ, ਉਹਦਾ ਦੁਬਾਰਾ ਪੁਨਰ ਗਠਨ ਹੋਇਆ ਸੀਗਾ। ਪਹਿਲਾਂ ਚੱਲਦੀ ਸੀ ਉਹ, ਲੇਕਿਨ ਮਤਲਬ ਇੱਦਾਂ ਹੀ ਸੀ, ਡਾਵਾਡੋਲ ਸੀ। ਅਤੇ 96 ਦੇ ਵਿੱਚ ਜਦੋਂ ਗਠਨ ਹੋਇਆ ਤਾਂ ਮੈਂ ਐਜ਼ ਏ ਨੌਜਵਾਨ ਉਹਨਾਂ ਦੇ ਵਿੱਚ ਮਤਲਬ ਇਨਵੋਲਵ ਸੀਗਾ। ਅਤੇ ਮੇਰੀ ਡਿਮਾਂਡ ਇਹ ਸੀ ਕਿ ਘੱਟੋ ਘੱਟ ਸਾਨੂੰ ਪਹਿਲਾਂ ਵੇਟ ਲਿਆ ਕੇ ਦਿੱਤਾ ਜਾਵੇ ਕਿ ਅਸੀਂ ਕਰੀਏ। ਤਾਂ ਉਹ ਮੈਨੂੰ ਜਿਹੜੀ PHS ਯੂਥ ਐਂਡ ਸਪੋਰਟਸ ਕਲੱਬ ਦਾ ਕਾਫੀ ਸਹਿਯੋਗ ਰਿਹਾ, ਕਿ ਉਹਨਾਂ ਨੇ 96-97 ਦੇ ਵਿੱਚ ਇੱਕ ਵੇਟ ਸੈੱਟ 'ਤੇ ਬੈਂਚ ਲਿਆ ਕੇ ਸਾਨੂੰ ਦਿੱਤਾ ਜੀ। ਮੇਰੀ ਟ੍ਰੇਨਿੰਗ ਇੱਥੋਂ ਹੋਈ ਆ। ਫਿਰ ਮੇਰੇ ਬਹੁਤ ਹੀ ਕਰੀਬੀ ਦੋਸਤ ਸੀਗੇ ਕਸ਼ਮੀਰ ਸਿੰਘ ਲੁੱਗਾ, ਅਤੇ ਉਹ ਕਾਫੀ ਮਤਲਬ ਮੇਰੇ ਤੋਂ ਸੀਨੀਅਰ ਸੀਗੇ ਔਰ ਪੜ੍ਹੇ ਲਿਖੇ ਸੀਗੇ। ਉਹਨਾਂ ਨੇ ਮੈਨੂੰ ਗਾਈਡ ਕੀਤਾ ਕਿ ਜੇ ਪਾਵਰ ਲਿਫਟਿੰਗ ਕਰਨੀ ਆ, ਤੁਸੀਂ ਰਾਮਗੜੀਆ ਕਾਲਜ ਦੇ ਵਿੱਚ ਜਾਓ, ਉੱਥੇ ਮਤਲਬ ਪਾਵਰ ਲਿਫਟਿੰਗ ਅਤੇ ਵੇਟ ਲਿਫਟਿੰਗ ਦਾ ਘਰ ਮੰਨਿਆ ਜਾਂਦਾ ਸੀ ਉਸ ਸਮੇਂ ਜੀ, ਰਾਮਗੜੀਆ ਕਾਲਜ। ਅਤੇ ਮੈਂ ਉੱਥੇ ਅਪਰੋਚ ਕੀਤੀ। ਉੱਥੇ ਮੈਨੂੰ ਕੈਪਟਨ ਪਿਆਰਾ ਸਿੰਘ ਜੀ ਮਿਲੇ, ਆਰਮੀ ਰਿਟਾਇਰ VSM ਸੀਗੇ। ਤਾਂ ਉਹਨਾਂ ਨੇ ਮਤਲਬ ਸੀਗੇ ਤਾਂ ਉਹ ਵੇਟ ਲਿਫਟਿੰਗ ਦੇ ਕੋਚ, ਪਰ ਉਹਨਾਂ ਨੇ ਜਦ ਮੈਨੂੰ ਦੇਖਿਆ ਔਰ ਮੇਰੀ ਬੈਂਚ ਦੇਖੀ, ਤਾਂ ਉਹਨਾਂ ਨੇ ਇੱਕ ਕਿਸਮ ਮੈਨੂੰ ਅਡਾਪਟ ਕਰ ਲਿਆ ਜੀ। ਫਿਰ ਮੈਂ ਵੀਕ ਦੇ ਵਿੱਚ 2 ਦਿਨ ਉਹਨਾਂ ਦੇ ਕੋਲ ਟ੍ਰੇਨਿੰਗ ਉੱਥੇ ਕਰਦਾ ਰਿਹਾ, ਫਗਵਾੜੇ ਦੇ ਵਿੱਚ ਕੀਤੀ ਆ। ਉੱਥੋਂ ਹੀ ਜਿਹੜੇ ਬਾਕੀ ਮੁੰਡੇ ਜਨਰਲ ਕਰਦੇ ਉਹਨਾਂ ਨਾਲ ਹੀ ਕਰਦਾ ਸੀ, ਕਿਉਂ ਪੈਰਾ ਦਾ ਤਾਂ ਮੈਨੂੰ ਪਤਾ ਹੀ ਨਹੀਂ ਸੀ। ਪੈਰਾ ਦਾ 5 ਸਾਲ ਬਾਅਦ ਪਤਾ ਲੱਗਾ ਮੈਨੂੰ ਕਿ ਸਾਡੀ ਕਿ ਪੈਰਾ ਦੀ ਕੋਈ ਡਿਸੇਬਲ ਦੀ ਅਲੱਗ ਗੇਮ ਵੀ ਹੁੰਦੀ ਆ। ਹਾਂ, ਅਤੇ ਮੈਂ ਜਨਰਲ ਦੇ ਨਾਲ ਕਰਦਾ ਰਿਹਾ। ਉੱਥੋਂ ਟੂਰਨਾਮੈਂਟ ਦਾ ਪਤਾ ਲੱਗਾ 97 ਦੇ ਵਿੱਚ ਆਪਣਾ ਓਪਨ ਚੈਂਪੀਅਨਸ਼ਿਪ ਹੋਈ ਸੀ ਬੈਂਚ ਪ੍ਰੈਸ ਦੀ ਖੰਨੇ ਦੇ ਵਿੱਚ। ਤਾਂ ਮੈਨੂੰ ਪਤਾ ਲੱਗਾ ਉੱਥੇ ਚੈਂਪੀਅਨਸ਼ਿਪ ਹੋ ਰਹੀ ਹੈ। ਮੈਂ ਉਹਨਾਂ ਦੇ ਨਾਲ ਹੀ ਮਤਲਬ ਫਗਵਾੜੇ ਜਨਰਲ ਦੇ ਵਿੱਚ ਖੇਡਿਆ, ਅਤੇ ਉਹ ਉੱਥੇ ਮੇਰਾ ਪਹਿਲੀ ਵਾਰ ਮੈਂ ਆਪਣੀ ਕੈਟਾਗਰੀ ਦੇ ਵਿੱਚ ਸਾਰਿਆਂ ਨਾਲੋਂ ਵੱਧ ਵੇਟ ਚੁੱਕਿਆ ਸੀਗਾ। ਅਤੇ ਮੈਨੂੰ ਮੈਡਲ ਨਹੀਂ ਸੀ ਦਿੱਤਾ, ਗੋਲਡ ਮੈਡਲ। ਕਹਿੰਦੇ ਤੂੰ ਡਿਸੇਬਲ ਹੈ, ਤੈਨੂੰ ਅਲੱਗ ਖਿਲਾਉਣਾ ਆ, ਅਤੇ ਜਨਰਲ ਵਾਲਿਆਂ ਨੂੰ ਅਲੱਗ ਖਿਲਾਉਣਾ। ਨਹੀਂ, ਮੈਨੂੰ ਮੈਡਲ ਨਹੀਂ ਸੀ ਦਿੱਤਾ ਉਸ ਵੇਲੇ ਉੱਥੇ। ਪਰ ਮੇਰਾ ਜਿਹੜਾ ਜਨਰਲ ਵਾਲੇ ਦੇ ਨਾਲ 10 ਕਿਲੋ ਮੈਂ ਭਾਰ ਵੱਧ ਚੁੱਕਿਆ ਸੀਗਾ। ਉੱਥੋਂ ਫਿਰ ਪਰ ਉਹਦੀ ਸਿਲੈਕਸ਼ਨ ਕਰ ਲਈ ਸੀ ਮੇਰੀ ਨੈਸ਼ਨਲ ਵਾਸਤੇ, ਅਤੇ ਨੈਸ਼ਨਲ ਦੇ ਵਿੱਚ ਵੀ ਉਹੀ ਸੇਮ ਹੋਇਆ ਕਿ ਡਿਸੇਬਲ ਅਲੱਗ ਗਿਆ ਅਤੇ ਹੈਗੇ ਜਨਰਲ ਅਲੱਗ ਗਿਆ। ਪਰ ਫਿਰ ਮੈਨੂੰ ਪਤਾ ਲੱਗਿਆ ਵੀ ਨਹੀਂ, ਇਹ ਜਿਹੜੇ ਜਨਰਲ ਆ ਡਿਸੇਬਲ ਉਹ ਜਨਰਲ ਨਾਲ ਖੇਲ ਸਕਦੇ ਆ। ਜਦੋਂ ਮੈਂ ਅਫੀਸ਼ੀਅਲ ਨਾਲ ਅਪਰੋਚ ਕੀਤੀ, ਉਹ ਕਹਿੰਦੇ ਤੁਹਾਨੂੰ ਜੀ 2 ਐਂਟਰੀਆਂ ਦੇਣੀਆਂ ਪੈਣੀਆਂ। ਯਾਰ ਮੈਂ ਗਾਈਡ ਕਰੋ ਤੁਸੀਂ ਮੈਨੂੰ ਨਾ, ਵੀ ਜੇ 2 ਐਂਟਰੀ ਦੇਣੀ ਪੈਣੀ ਉੱਥੇ, ਕਿ ਐਂਟਰੀ ਫੀਸ 100-150 ਰੁਪਏ ਸੀ ਉਸ ਵੇਲੇ, ਅਤੇ ਉਹ ਮੈਂ ਡਬਲ ਐਂਟਰੀ। ਅਤੇ ਫਿਰ 98 ਦੇ ਵਿੱਚ ਵੀ ਉਹਨੇ ਮੈਨੂੰ ਸਪੈਸ਼ਲ ਅਕੋਮੋਡੇਸ਼ਨ ਹੀ ਟਰੋਫੀ ਦਿੱਤੀ ਸੀਗੀ। ਉੱਥੇ ਵੀ ਮੈਂ ਜਨਰਲ ਦੇ ਨਾਲੋਂ 10 ਕਿਲੋ ਜ਼ਿਆਦਾ ਚੁੱਕਿਆ ਸੀਗਾ।
ਤਾਂ ਫਿਰ 99 ਤੋਂ ਮੈਂ ਇੱਕ ਮਤਲਬ ਮੈਡਲ ਦੇ ਵਿੱਚ ਆ ਗਿਆ ਸੀਗਾ। 99 ਤੋਂ ਲੈ ਕੇ ਸਾਰੀਆਂ ਪੰਜਾਬ ਦੀਆਂ ਜਿੰਨੇ ਵੀ ਟੂਰਨਾਮੈਂਟ ਖੇਡਿਆ ਮੈਂ, ਔਰ ਨੈਸ਼ਨਲ ਦੇ ਜਿੰਨੇ ਖੇਡਿਆ ਫਿਰ ਸਾਰੇ ਨੈਸ਼ਨਲ ਮੇਰੇ ਰਹੇ ਆ। 2006 ਦੇ ਵਿੱਚ ਲਾਸਟ ਮੈਂ ਨੈਸ਼ਨਲ ਖੇਡੀ ਸੀਗੀ ਇਹਨਾਂ ਜਨਰਲ ਦੇ ਨਾਲ ਜੀ, ਅਤੇ ਲਾਸਟ ਤੱਕ ਮੇਰੇ ਕੋਲ ਜਿੰਨੇ ਵੀ ਆ 골ਡ ਮੈਡਲ ਆ ਨੈਸ਼ਨਲ ਦੇ, ਅਤੇ ਸਟਰੋਂਗਮੈਨ ਆਫ ਇੰਡੀਆ ਵੀ ਮੈਂ ਜਨਰਲ ਦੇ ਵਿੱਚ ਬਣ ਚੁੱਕਿਆ, ਔਰ ਏਸ਼ੀਆ ਚੈਂਪੀਅਨਸ਼ਿਪ ਵੀ ਜਨਰਲ ਦੇ ਵਿੱਚੋਂ ਮੇਰਾ 골ਡ ਮੈਡਲ ਆ। ਰਾਮਗੜ੍ਹੀਆ ਕਾਲਜ ਫਗਵਾੜਾ ਤੋਂ ਸਫ਼ਰ ਸ਼ੁਰੂ ਹੋ ਕੇ ਸਿੱਧਾ ਨੈਸ਼ਨਲ ਤੱਕ ਜਿਹੜਾ ਤੁਹਾਡਾ ਸਫ਼ਰ ਉਹ ਪਹੁੰਚ ਗਿਆ ਉੱਥੇ ਜੀ ਸਰ। ਅਤੇ ਇਹ ਤੋਂ ਫਿਰ ਬਾਅਦ ਜਿਹੜੇ ਆਪਾਂ ਰਾਸ਼ਟਰੀ ਲੈਵਲ ਦੇ ਨੈਸ਼ਨਲ ਦੇ ਆਪਾਂ ਅਵਾਰਡ ਲੈ ਲਿਆ ਸਾਰੇ, ਉਹ ਤੋਂ ਬਾਅਦ ਜਿਹੜੇ ਇੰਟਰਨੈਸ਼ਨਲ ਅਵਾਰਡ ਆ ਕਿਹੜੇ ਪਾਰਟੀਸਪੇਟ ਕੀਤਾ ਅਤੇ ਕੀ ਤੁਹਾਨੂੰ ਉੱਥੇ ਉਪਲਬਧੀਆਂ ਹਾਸਲ ਹੋਈਆਂ? ਹਾਂ, ਜਨਰਲ ਦੇ ਮੈਂ ਤੁਹਾਨੂੰ ਦੱਸਿਆ ਜਿੱਦਾਂ ਕਿ 2002 ਦੇ ਵਿੱਚ ਮੈਂ ਏਸ਼ੀਆ ਚੈਂਪੀਅਨਸ਼ਿਪ ਖੇਡੀ ਸੀ ਜਨਰਲ ਦੇ ਨਾਲ, ਦਿੱਲੀ ਦੇ ਵਿੱਚ ਹੋਈ ਸੀਗੀ ਜੀ, ਅਤੇ ਉਹਦੇ ਵਿੱਚ ਮੈਂ 골ਡ ਲਿਆ ਸੀਗਾ। ਅਤੇ 2002 ਦੇ ਵਿੱਚ ਹੀ ਮੈਨੂੰ ਪੈਰਾ ਦੇ ਬਾਰੇ ਪਤਾ ਲੱਗਾ। ਅਸੀਂ ਨੈਸ਼ਨਲ ਖੇਡਣ ਗਏ ਸੀ ਨਾਗਪੁਰ, ਅਤੇ ਜਨਰਲ ਦੀ ਨੈਸ਼ਨਲ ਸੀਗੀ, ਤਾਂ ਉੱਥੇ ਜਦੋਂ ਮੈਨੂੰ ਉਹਨਾਂ ਨੇ ਮੈਡਲ ਦੇਣੇ ਸੀਗੇ, ਤਾਂ ਮੈਡਲ ਦੇਣ ਲਈ ਇੱਕ ਡਿਸੇਬਲ ਪਰਸਨ ਬੁਲਾਇਆ ਹੋਇਆ ਸੀਗਾ ਜਿਨ੍ਹਾਂ ਨੇ ਮੈਨੂੰ ਮੈਡਲ ਦਿੱਤਾ ਜੀ। ਉਹਨਾਂ ਨੇ ਮੇਰੇ ਗਲ ਦੇ ਵਿੱਚ ਮੈਡਲ ਪਾ ਕੇ, ਅਤੇ ਉਹਨਾਂ ਨੇ ਮੈਨੂੰ ਕਿਹਾ ਵੀ ਤੂੰ ਪੈਰਾ ਡਿਸੇਬਲ ਜਿਹੜੀਆਂ ਗੇਮਾਂ ਹੁੰਦੀਆਂ ਉਹਦੇ ਵਿੱਚ ਪਾਰਟੀਸਪੇਟ ਕਰਨਾ ਚਾਹੇਗਾ, ਵੀ ਇਹਦੇ ਨਾਲੋਂ ਸਟੈਂਡਰਡ ਕਾਫੀ ਉਹਦਾ ਹਾਈ ਆ। ਅਤੇ ਮੈਂ ਕਿਹਾ ਠੀਕ ਆ ਜੀ। ਕਹਿੰਦੇ ਜੇ ਤੂੰ ਉਹ ਖੇਡਣਾ ਚਾਹੁੰਦਾ ਤਾਂ ਕਰ, ਮੈਨੂੰ ਆਪਣਾ ਪਾਸਪੋਰਟ ਦੇ ਕੇ ਜਾਈਂ, ਅਗਲੇ ਮਹੀਨੇ ਵਰਲਡ ਚੈਂਪੀਅਨਸ਼ਿਪ ਹੋ ਰਹੀ ਆ ਉਹ, ਅਤੇ ਮੈਂ ਕਰਾਂ। ਮੈਂ ਸੋਚਿਆ ਵੀ ਇਹ ਬੰਦਾ ਮੇਰੇ ਤੋਂ ਪਾਸਪੋਰਟ ਮੰਗ ਰਿਹਾ ਕੀ ਆ। ਬਾਅਦ ਵਿੱਚ ਪਤਾ ਲੱਗਾ ਕਿ ਉਹ ਆਪਣੇ ਇੰਡੀਆ ਦੇ ਇੱਕੋ ਹੀ ਇੱਕ ਪਾਵਰ ਲਿਫਟਰ ਜਿਹੜੇ ਕਿ ਮਤਲਬ 4 ਵਾਰ ਓਲੰਪਿਕ ਖੇਡ ਚੁੱਕੇ ਸੀਗੇ, ਅਤੇ ਉਸ ਵੇਲੇ ਉਹ ਇੰਡੀਆ ਟੀਮ ਦੇ ਕੋਚ ਵਿਜੇ ਮਨੀਸ਼ਵਰ ਸੀਗੇ ਅਰਜਨਾਵਾੜੀ, ਅਤੇ ਉਹਨਾਂ ਨੇ ਬਸ ਉਦੋਂ ਤੋਂ ਮੈਨੂੰ ਲਾਇਆ ਅਤੇ ਵਰਲਡ ਚੈਂਪੀਅਨਸ਼ਿਪ ਖੇਡੀ 2002 ਦੇ ਵਿੱਚ ਹੀ। ਅਤੇ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਫਿਰ ਮੈਂ ਐਥਨਸ ਓਲੰਪਿਕ ਵਾਸਤੇ ਕੁਆਲੀਫਾਈ ਕਰ ਲਿਆ ਸੀਗਾ। ਇਹ ਸਬੱਬ ਵੀ ਤੁਹਾਡੇ ਆਪਣੇ ਆਪ ਝੋਲੀ ਵਿੱਚ ਆ ਪਿਆ? ਬਿਲਕੁਲ ਜੀ, ਬਿਲਕੁਲ ਬਾਈ ਚਾਂਸ ਹੋਇਆ, ਕਿਉਂਕਿ ਅਗਰ ਨੈਸ਼ਨਲ ਦੇ ਵਿੱਚ ਉਹਨੂੰ ਨਾ ਬੁਲਾਇਆ ਜਾਂਦਾ, ਵੀ ਉਹ ਅਰਜਨ ਅਵਾਰਡੀ ਵੀ ਸੀ, ਓਲੰਪੀਅਨ ਸੀ, ਤਾਂ ਮੈਨੂੰ ਸ਼ਾਇਦ ਇਸ ਪੈਰਾ ਦੇ ਬਾਰੇ ਪਤਾ ਨਹੀਂ ਸੀ ਲੱਗਣਾ ਕਿ ਪੈਰਾ ਅਲੱਗ ਸਪੋਰਟਸ ਵੀ ਹੁੰਦੀ ਹੈਗੀ ਆ। ਔਰ ਜਨਰਲ ਦੀ ਪਾਵਰ ਲਿਫਟਿੰਗ ਦੀ ਰਿਕੋਗਨੀਸ਼ਨ ਅੱਜ ਤੱਕ ਨਹੀਂ ਹੋਈ, ਉਦੋਂ ਵੀ ਨਹੀਂ ਸੀ ਤਾਂ ਅੱਜ ਵੀ ਨਹੀਂ ਹੈਗੀ। ਅਤੇ ਮੈਂ ਲੱਕੀ ਰਿਹਾ ਕਿ ਮੈਂ ਇੱਧਰ ਮਤਲਬ ਆ ਗਿਆ ਪੈਰਾ ਦੇ ਵਿੱਚ, ਅਤੇ ਪੈਰਾ ਦੇ ਵਿੱਚ ਤਾਂ ਫਿਰ ਜੋ ਹੋਇਆ ਤਾਂ ਹੈ ਹੀ ਆ। ਸੋ ਅਗਲਾ ਸਵਾਲ ਆਪਾਂ ਲੈਂਦੇ ਹਾਂ, ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ। ਤੁਸੀਂ ਦੇਖਦੇ ਰਹੋ ਬਾਜ ਟੀਵੀ। ਇੰਡੀਅਨ, ਪਾਕਿਸਤਾਨੀ ਤੇ ਬੰਗਲਾਦੇਸ਼ੀ ਗਰੋਸਰੀ ਦਾ ਸਭ ਤੋਂ ਵੱਡਾ ਸਸਤਾ ਭੰਡਾਰ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਭਾਰਤੀਆਂ ਦੇ ਗੜ ਐਡੀਸਨ ਵਿਖੇ ਤਾਜ਼ਾ ਸਬਜ਼ੀਆਂ ਤੇ ਗਰੋਸਰੀ ਤੋਂ ਇਲਾਵਾ ਹਰ ਵੇਲੇ ਨਾਲੋਂ ਨਾਲ ਰੋਟੀ, ਤਰ੍ਹਾਂ ਤਰ੍ਹਾਂ ਦੇ ਪਰੌਠੇ, ਸਮੋਸੇ, ਜਲੇਬੀਆਂ ਤੇ ਭਾਰਤੀਆਂ ਦੇ ਗਰਮਾ ਗਰਮ ਤਾਜ਼ਾ ਪਕਵਾਨ ਵੀ ਉਪਲਬਧ। ਨਿਊਯਰਸੀ ਦੇ ਜਰਸੀ ਸਿਟੀ ਵਿੱਚ ਸਭ ਸਹੂਲਤਾਂ। ਡੇਟਨ ਐਂਡ ਪੈਂਸਿਲਵੇਨੀਆ ਦੇ ਬੈਂਸਲਮ ਤੋਂ ਇਲਾਵਾ ਫਰੈਂਕਲਿਨ ਪਾਰਕ ਦੇ ਆਪਣਾ ਬਾਜ਼ਾਰ ਕੈਸ਼ ਐਂਡ ਕੈਰੀ ਸਟੋਰ ਦੀ ਬਿਹਤਰੀਨ ਸਰਵਿਸ ਦਾ ਆਨੰਦ ਮਾਣੋ। 1700 Octree Road, Edison, NJ 08820, 2975 John F. Kennedy Boulevards, Jersey City, NJ 07306, 2631 Street Road, Bensalem, PA 19020, United States, 3151 Street Road, 27 Street A, Franklin Park, NJ 08823। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਗਲੋਬਲ ਫਰਾਈਟ ਕਰੀਅਰ ਇੰਕ ਟਰੱਕਿੰਗ ਦੀਆਂ ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ, ਟਰੱਕ ਰਿਪੇਅਰ, 24 ਘੰਟੇ ਰੋਡ ਸਰਵਿਸ, ਵਰਲਡ ਵਾਈਡ ਟਰੱਕ ਟ੍ਰੇਲਰ ਲੀਜ਼ ਐਂਡ ਸੇਲ, ਜਿਸ ਵਿੱਚ ਰੀਫਰ, ਡਰਾਈਵਰ ਵੈਨ, ਫਲੈਟ ਬੈਡ, ਟਰੈਕਟਰ ਸਭ ਸ਼ਾਮਿਲ ਨੇ। ਗਲੋਬਲ ਫਰਾਈਟ ਔਨ ਆਪਰੇਟਰਾਂ ਅਤੇ ਡਰਾਈਵਰਾਂ ਨੂੰ ਵੀ ਹਾਇਰ ਕਰਦਾ ਹੈ। ਵਧੇਰੀ ਜਾਣਕਾਰੀ ਲਈ ਅਵਤਾਰ ਸਿੰਘ ਵੜਿੰਗ ਨੂੰ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਇਹ ਵੀ ਇੱਕ ਰੱਬ ਦੇ ਬੰਦਿਆਂ ਦਾ ਘਰ ਹੈ, ਜਿੱਥੇ ਸਿਰਫ ਇੱਕ ਧਰਮ ਤੇ ਜਾਤ ਹੈ, ਇਨਸਾਨੀਅਤ, ਜਿੱਥੇ ਕੋਈ ਵੱਡਾ ਤੇ ਛੋਟਾ ਨਹੀਂ, ਜਿੱਥੇ ਖੁਸ਼ੀਆਂ ਇੱਕੋ ਜਿਹੀਆਂ ਵੰਡੀਆਂ ਜਾਂਦੀਆਂ ਨੇ। ਬੌਧਿਕਤਾ ਦਾ ਵਿਕਾਸ ਰੱਬ ਦੇ ਹੱਥ ਹੈ, ਪਰ ਰੱਬ ਦੇ ਜੀਆਂ ਦੀ ਸੰਭਾਲ ਤਾਂ ਬੰਦਾ ਹੀ ਕਰ ਸਕਦਾ ਹੈ। ਅਜਿਹੀ ਇੱਕ ਮਿਸਾਲ ਅਮਰੀਕਾ ਦੇ ਮੈਰੀਲੈਂਡ ਵਿਖੇ ਸੈਂਟਰ ਫॉर ਸੋਸ਼ਲ ਚੇਂਜ। ਵਿਜ਼ਿਟ ਔਰ ਕਾਲ। ਮੋਰ ਇਨਫੋਰਮੇਸ਼ਨ ਜੈਸੀ ਸਿੰਘ and Sajid Tarar। S&S Brokers Incorporation ਨਿਊਯਰਸੀ ਦੀ ਪੂਰੀ ਤਰ੍ਹਾਂ ਲਾਇਸੈਂਸ ਪ੍ਰਾਪਤ ਕੰਪਨੀ, ਸਮੇਂ ਤੇ ਡਿਲੀਵਰੀ ਲਈ ਵਚਨਬੱਧ।
ਕੰਪਨੀ ਦਾ ਤਜਰਬਾ ਕੰਪਨੀ ਨੂੰ ਬਾਕੀਆਂ ਤੋਂ ਅਲੱਗ ਕਰਦਾ ਹੈ। ਗ੍ਰਾਹਕਾਂ ਦੀ ਸਹੂਲਤ ਲਈ ਸ਼ਿਪਿੰਗ ਦਰ ਵਿੱਚ ਭਾਰੀ ਡਿਸਕਾਊਂਟ ਦਿੱਤਾ ਜਾਂਦਾ ਹੈ। ਕੰਪਨੀ ਦਾ ਮਿਸ਼ਨ ਪ੍ਰੀਮੀਅਮ ਟਰਾਂਸਪੋਰਟ ਸੇਵਾਵਾਂ ਪ੍ਰਦਾਨ ਕਰਨਾ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ 120 ਵੁੱਡ ਐਵਨਿਊ ਸਾਊਥ, ਸੂਟ 605, ਐਸਲੀਨ, ਨਿਊ ਜਰਸੀ 08830 ਅਤੇ ਕਾਲ ਕਰੋ 201 259 9223। ਦਿਓਲ ਟਰਾਂਸਪੋਰਟ ਕੰਪਨੀ ਇੰਡੀਅਨ ਐਪਲਸ ਇੰਡੀਆਨਾ ਦੀ ਨਾਮੀ ਕੰਪਨੀ। ਇੰਡੀਅਨ ਐਪਲਸ ਤੋਂ ਈਸਟ ਕੋਸਟ ਦੀਆਂ ਸਟੇਟਾਂ ਨਿਊਯਾਰਕ, ਮੈਰੀਲੈਂਡ, ਪੈਨਸਿਲਵੇਨੀਆ, ਨਿਊ ਜਰਸੀ, ਵਰਜੀਨੀਆ ਅਤੇ ਨਾਰਥ ਕੈਰੋਲੀਨਾ ਦੇ ਹਰ ਤਰ੍ਹਾਂ ਦੇ ਡਰਾਈ ਲੋਡ ਅਤੇ ਇੰਡੀਅਨ ਐਪਲਸ ਤੋਂ ਲੋਕਲ ਲੋਡ ਵੱਡੀ ਗੱਡੀ ਤੇ ਕੰਮ ਲਈ ਡਰਾਈਵਰ ਵੀਰ ਅੱਜ ਹੀ ਸੰਪਰਕ ਕਰੋ ਜੀ। ਹਮੀ ਦਿਓਲ 5103181415 ਤੇ ਰਾਜ ਦਿਓਲ 3178356522 ਅਤੇ ਵਧੇਰੀ ਜਾਣਕਾਰੀ ਲਈ ਮੇਲ ਤੇ ਵੀ ਸੰਪਰਕ ਕਰ ਸਕਦੇ ਹੋ diol.trans@yahoo.com। ਨਿਊ ਜਰਸੀ ਅਤੇ ਕੈਲੀਫੋਰਨੀਆ ਦੇ ਪ੍ਰਸਿੱਧ ਐਡਵੋਕੇਟ ਜਸਪ੍ਰੀਤ ਸਿੰਘ ਅਟਾਰਨੀ ਐਟ ਲਾਅ, ਜਿਹੜੇ ਕਿ ਡੈਪੂਟੇਸ਼ਨ, ਡਿਫੈਂਸ, ਅਪੀਲ, ਫੈਮਿਲੀ ਲਾਅ, ਬੈਂਕਰਪਸੀ ਦੇ ਵਿੱਚ ਮਾਹਰ ਨੇ। ਸੋ ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਆ ਤੇ ਆਪਾਂ ਹੁਣ ਅਗਲਾ ਸਵਾਲ ਰੇਲ ਜੀ ਨਾਲ ਸਾਂਝਾ ਕਰਦੇ ਹਾਂ। ਬਲੂ ਜਰਸੀ ਤੁਸੀਂ ਪਾਈ ਹੋਈ ਆ, ਇੰਡੀਆ ਨੂੰ ਰੀਪ੍ਰਜੈਂਟ ਕਰਨਾ, ਦੇਸ਼ ਨੂੰ ਰੀਪ੍ਰਜੈਂਟ ਕਰਨਾ, ਪਹਿਲੀ ਵਾਰ ਕਦੋਂ ਤੁਹਾਨੂੰ ਇਹ ਜਿਹੜੀ ਬਲੂ ਜਰਸੀ ਉਹ ਨਸੀਬ ਹੋਈ ਅਤੇ ਕਿਹੋ ਜਿਹੀ ਫੀਲਿੰਗ ਸੀ ਉਸ ਵੇਲੇ? ਪਹਿਲੀ ਵਾਰ ਤਾਂ ਮੈਂ ਤੁਹਾਨੂੰ ਦੱਸਿਆ ਦਿੱਲੀ ਦੇ ਵਿੱਚ ਹੋਈ ਸੀਗੀ ਨੈਸ਼ਨਲ ਏਸ਼ੀਆ ਚੈਂਪੀਅਨਸ਼ਿਪ, ਜਿਹੜੀ ਮੈਂ ਜਨਰਲ ਦੇ ਵਿੱਚ ਖੇਡੀ ਆ। ਪਰ ਜੇ ਤੁਸੀਂ ਫੀਲਿੰਗ ਦੀ ਗੱਲ ਕਰਦੇ ਤਾਂ ਫੀਲਿੰਗ ਜਦ ਮੈਂ ਵਰਲਡ ਚੈਂਪੀਅਨਸ਼ਿਪ ਖੇਡਣ ਗਿਆ 2002 ਦੇ ਵਿੱਚ ਕੁਆਲਾਲੰਪਰ, ਮਲੇਸ਼ੀਆ, ਤੇ ਉੱਥੇ ਦੇ ਤੇ ਇੱਥੇ ਦੇ ਸਟੈਂਡਰਡ ਦੇ ਵਿੱਚ ਹੀ ਕਾਫੀ ਫਰਕ ਸੀਗਾ। ਮਤਲਬ ਇੱਥੇ ਜਿਹੜੀ ਏਸ਼ੀਆ ਹੋਈ ਉਹ ਇੱਦਾਂ ਲੱਗਦਾ ਸੀ ਕਿ ਜਿੱਦਾਂ ਆਪਾਂ ਲੋਕਲ ਟੂਰਨਾਮੈਂਟ ਕਰਵਾਉਣ। ਠੀਕ ਹੈ, ਵਧੀਆ, ਸਾਨੂੰ 5 ਸਟਾਰ ਹੋਟਲ 'ਚ ਰੱਖਿਆ ਸੀਗਾ, ਇੱਕ ਸਟੇਡੀਅਮ ਸੀ, IG ਸਟੇਡੀਅਮ ਦੇ ਵਿੱਚ ਕਰਾਇਆ ਸੀਗਾ। ਪਰ ਉਹਨਾਂ ਦੇ ਪ੍ਰਬੰਧ ਜਾਂ ਔਰਗਨਾਈਜੇਸ਼ਨ ਜਿਹੜੀ ਸੀ ਉਹ ਲੈਵਲ ਜਿਹੜਾ ਸੀਗਾ ਉਹ ਲੈਵਲ ਲੱਗ ਨਹੀਂ ਸੀ ਰਿਹਾ। ਅਤੇ ਜਦੋਂ ਮੈਂ ਵਰਲਡ ਚੈਂਪੀਅਨਸ਼ਿਪ ਖੇਡਣ ਗਿਆ ਮਲੇਸ਼ੀਆ ਦੇ ਵਿੱਚ, ਅਤੇ ਉਹ ਤਾਂ ਇੱਕ ਮੇਰੇ ਲਈ ਬਹੁਤ ਹੀ ਸਟਨਿੰਗ ਸੀਗਾ ਕਿ ਟੀਮ ਜਾ ਰਹੀ ਆ, ਤੁਹਾਡੇ ਨਾਲ ਪਾਇਲਟ ਜੀਪਾਂ ਮੂਹਰੇ ਜਾ ਰਹੀਆਂ, ਬੱਸ ਦੇ ਵਿੱਚ ਸਾਰੇ ਖਿਡਾਰੀ ਜਾ ਰਹੇ ਆ। ਇੱਕ ਅਲੱਗ ਫੀਲਿੰਗ ਸੀ। ਉਹ ਮੇਰਾ ਪਹਿਲਾ, ਮਤਲਬ ਪੈਰਾ ਦੇ ਵਿੱਚ ਪਹਿਲਾ ਮੇਰਾ ਟੂਰ ਸੀਗਾ ਵਰਲਡ ਚੈਂਪੀਅਨਸ਼ਿਪ ਦਾ। ਗੱਲ ਕੀਤੀ ਆ ਫਰਕ ਦੀ, ਇੱਥੇ ਦੇ ਜਿਹੜੇ ਕੰਪੀਟੀਸ਼ਨ ਆ ਬਾਹਰਲੇ ਫਰਕ, ਇਸ ਦਾ ਜਿਹੜਾ ਇੱਕ ਖੇਡਾਂ ਦਾ ਕਲਚਰ ਆ ਸਾਡਾ ਜੀ, ਇੱਕ ਇੱਥੇ ਦੇਸ਼ ਦਾ, ਭਾਰਤ ਦੇਸ਼ ਦਾ, ਬਾਹਰਲੇ ਦੇਸ਼ਾਂ ਵਿੱਚ ਪਹੁੰਚਾਉਂਦੇ ਹੈਗੇ, ਉਹ ਜਦੋਂ ਕੰਪੈਰੀਜ਼ਨ ਤੁਲਨਾ ਕਰਦੇ ਆ, ਕੀ ਫਰਕ ਕੀ ਮਹਿਸੂਸ ਕਰਦੇ ਆ? ਫਰਕ ਮੈਂ ਦੱਸਦਾ, ਫਰਕ ਤਾਂ ਚਲੋ ਆਪਣੇ ਵੀ ਇੱਥੇ ਵੀ ਜਿਹੜੇ ਟੂਰਨਾਮੈਂਟ ਹੁਣ, ਜੇ ਆਪਾਂ ਕਾਮਨਵੈਲਥ ਦੀ ਗੱਲ ਕਰੀਏ ਤਾਂ ਮੈਂ ਉਸ ਤੋਂ ਬਾਅਦ ਵਿੱਚ ਕਾਮਨਵੈਲਥ ਖੇਡਣ ਗਿਆ ਗਲਾਸਗੋ। ਪਹਿਲਾਂ ਦਿੱਲੀ ਦੇ ਵਿੱਚ ਆਪਾਂ ਕਰਵਾਈ ਸੀਗੀ, ਪਰ ਜਿਹੜੀ ਦਿੱਲੀ ਦੇ ਵਿੱਚ ਨਹੀਂ ਕਰਵਾਈ ਆ, ਜੇ ਉਹਦਾ ਇੱਕ ਪੱਖ ਨੂੰ ਸਾਈਡ 'ਤੇ ਕਰ ਦਈਏ, ਕਰਪਸ਼ਨ ਵਾਲੇ ਨੂੰ, ਅਤੇ ਮਤਲਬ ਪ੍ਰਬੰਧ ਦੇ ਤੌਰ 'ਤੇ ਮੇਰੇ ਖਿਆਲ 'ਚ ਜਿੰਨੀਆਂ ਮੈਂ 3 ਕਾਮਨਵੈਲਥ ਦੇਖੇ, ਤਿੰਨਾਂ ਦੇ ਵਿੱਚ ਬੈਸਟ ਆਪਣਾ ਦਿੱਲੀ ਦਾ ਰਿਹਾ ਆ। ਅਤੇ ਬਹੁਤ ਵਧੀਆ ਪ੍ਰਬੰਧ ਸੀਗੇ, ਇੱਦਾਂ ਦੀ ਗੱਲ ਨਹੀਂ। ਪਰ ਜਿਹੜੀ ਮੈਂ ਤੁਹਾਨੂੰ ਦਿੱਲੀ ਦੇ ਵਿੱਚ ਏਸ਼ੀਆ ਚੈਂਪੀਅਨਸ਼ਿਪ ਦੀ ਗੱਲ ਕੀਤੀ ਆ, ਉਹਦਾ ਮੇਨ ਮੈਨੂੰ ਰੀਜ਼ਨ ਇਹੀ ਲੱਗਿਆ ਕਿ ਉਹ ਗੇਮ ਰਿਕੋਗਨਾਈਜ਼ ਨਹੀਂ ਹੈਗੀ ਹੈ। ਜੇ ਤਾਂ ਰਿਕੋਗਨਾਈਜ਼ ਨਹੀਂ ਹੈਗੀ, ਜਿਹੜੀ ਰਿਕੋਗਨਾਈਜ਼ ਨਹੀਂ, ਉਹ ਗੌਰਮੈਂਟ ਫੰਡਿੰਗ ਨਹੀਂ ਹੋਣੀ, ਉਹਦੇ ਮੈਰਿਟ ਨਹੀਂ ਬਣਨੀ, ਉਹਦੇ ਸਰਟੀਫਿਕੇਟ ਦੀ ਵੈਲਿਊ ਨਹੀਂ ਬਣਨੀ ਤੁਹਾਨੂੰ, ਅਤੇ ਇਸ ਕਰਕੇ ਉਹਦਾ ਉਹ ਡਿਫਰੈਂਸ ਸੀਗਾ। ਮੈਂ ਅੱਜ ਵੀ ਚਲੋ ਇਹ ਵਿੱਚ ਟੋਕ ਕੇ ਸਾਰੇ ਆਪਣੇ ਦਰਸ਼ਕਾਂ ਨੂੰ ਔਰ ਨੌਜਵਾਨਾਂ ਨੂੰ ਦੱਸਣਾ ਚਾਹੁੰਦਾ ਵੀ ਜੇ ਤੁਸੀਂ ਸਪੋਰਟਸ ਕਰਨੀ ਚਾਹੁੰਦੇ ਹੋ, ਪਹਿਲਾਂ ਆਪਣੀ ਸਪੋਰਟਸ ਬਾਰੇ ਜਾਣ ਲਓ ਕਿ ਉਹ ਰਿਕੋਗਨਾਈਜ਼ ਹੈਗੀ ਆ ਕਿ ਨਹੀਂ, ਓਲੰਪਿਕ ਵਿੱਚ ਜਾਂ ਏਸ਼ੀਆ ਵਿੱਚ ਹੈਗੀ ਕਿ ਨਹੀਂ ਹੈਗੀ। ਜੇ ਉਹ ਓਲੰਪਿਕ ਜਾਂ ਏਸ਼ੀਆ ਵਿੱਚ ਨਹੀਂ ਹੈਗੀ ਤਾਂ ਫਿਰ ਉਹਦੇ ਵਿੱਚ ਆਪਾਂ ਲਾਈਫ ਬਰਬਾਦ ਨਾ ਕਰੋ। ਜਿੱਦਾਂ ਕਿ ਮੈਂ ਕਿਸੇ ਗੇਮ ਦਾ ਨਾਂ ਨਹੀਂ ਲੈਣਾ ਚਾਹੁੰਦਾ ਕਿ ਇਤਰਾਜ਼ ਹੋ ਜਾਂਦਾ ਆ। ਦੇਖੋ ਦੇਖੀ ਬਹੁਤ ਸਾਰੇ ਬੱਚੇ ਜਿੰਮਾਂ ਜਾ ਕੇ ਬਹੁਤ ਸਾਰੀਆਂ ਗੇਮਾਂ ਟਰਾਈ ਕਰਨ ਲੱਗ ਪੈਂਦੇ ਆ। ਇੱਦਾਂ ਨਾ ਕਰੋ। ਪ੍ਰੋਫੈਸ਼ਨਲ ਕੋਚ ਦੀ ਇੱਕ ਸਲਾਹ ਲਓ ਜਾਂ ਜਿਹੜੇ ਸਪੋਰਟਸ ਐਕਸਪਰਟ ਆ ਉਹਨਾਂ ਦੀ ਸਲਾਹ ਲੈਣੀ ਚਾਹੀਦੀ ਵੀ ਤੁਸੀਂ ਕਿਹੜੀ ਗੇਮ ਕਰੀਏ, ਤਾਂ ਕਿ ਤੁਸੀਂ ਆਪਣਾ ਫਿਰ ਇੱਕ ਚੀਜ਼ ਹੋਰ ਹੁੰਦੀ ਆ ਕਿ ਮੰਨ ਲਓ ਕਿ ਆਪਣਾ ਜੇ ਰਿਕੋਗਨਾਈਜ਼ ਗੇਮ ਆ ਉਹਦੇ ਵਿੱਚ ਕਿਸੇ ਦਾ ਕੋਈ ਵੱਡਾ ਮੈਡਲ ਪੈ ਜਾਂਦਾ ਤੇ ਉਹ ਤਾਂ ਸ਼ੋਰ ਹੈ ਕਿ ਜਿਹਦੀ ਰਿਕੋਗਨੀਸ਼ਨ ਹੈਗੀ ਆ ਤੇ ਉਹਨੂੰ ਫਿਰ ਅਵਾਰਡ ਵੀ ਤੇ ਕੈਸ਼ ਅਵਾਰਡ ਵੀ ਮਿਲਣੇ ਆ। ਫਿਰ ਦੂਜੇ ਬੰਦੇ ਉਹ ਦੇਖਦੇ ਜੀ ਸਾਨੂੰ ਕਿਉਂ ਨਹੀਂ ਮਿਲਦਾ, ਤੇ ਉਹ ਜੇ ਆਪਾਂ ਪਹਿਲਾਂ ਹੀ ਉਹਨੂੰ ਪਰਖ ਲਈਏ ਕਿਹੜੀ ਗੇਮ 'ਚ ਸਾਨੂੰ ਜਾਣਾ ਚਾਹੀਦਾ ਆ, ਉਹਦੀ ਜਾਣਕਾਰੀ ਮੇਰੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਸਟੂਡੈਂਟ। ਬਿਲਕੁਲ ਹੀ ਜਿਹੜੇ ਨੌਜਵਾਨ ਖਿਡਾਰੀ ਹੈਗੇ ਆ, ਚਾਹੇ ਕਿਸੇ ਵੀ ਫੀਲਡ ਦੇ ਕਿਸੇ ਵੀ ਖੇਡ ਨਾਲ ਜੁੜੇ ਹੋਏ ਹੈਗੇ ਆ, ਜਿਹੜੀ ਖੇਡ ਨਾਲ ਜੁੜਨਾ ਆ ਉਹਦੀ ਪ੍ਰੋਪਰ ਜਾਣਕਾਰੀ ਲੈ ਕੇ ਹੁਣ ਤਾਂ ਬੜੇ ਸੌਖੇ ਜਿਹੜੇ ਸਾਧਨ ਹੈਗੇ ਆ, ਅੱਗੇ ਤਾਂ ਪਹਿਲਾਂ ਨਹੀਂ ਕਿ ਹੁਣ ਵੈਬਸਾਈਟ 'ਤੇ ਕਿਸੇ ਵੀ ਮਹਿਕਮੇ ਦੀ ਤੁਸੀਂ ਜਾਣਕਾਰੀ ਲੈ ਸਕਦੇ ਆ। ਖੇਡ ਦੀ ਬਰੀਕ ਤੋਂ ਬਰੀਕ ਜਾਣਕਾਰੀ ਜਿਹੜੀ ਆ ਉਹ ਲੈ ਕੇ ਫਿਰ ਹੀ ਉਹਦੇ ਵਿੱਚ ਆਪਾਂ ਪਾਰਟੀਸਪੇਟ ਕਰੀਏ, ਤਾਂ ਕਿ ਸਾਨੂੰ ਜਿਹੜਾ ਆਪਣਾ ਸਮਾਂ ਅਤੇ ਜਿਹੜੀ ਸ਼ਕਤੀ ਆ ਉਹ ਜਾਈ ਨਾ ਗਵਾਉਣੀ ਪਵੇ। ਹੁਣ ਆਪਾਂ ਦੇਖ ਰਹੇ ਤੁਹਾਡੇ ਸਾਹਮਣੇ ਇੱਕ ਅਰਜਨ ਅਵਾਰਡ ਪਿਆ ਹੈ, ਇੱਧਰ ਮਹਾਰਾਜਾ ਰਣਜੀਤ ਸਿੰਘ ਅਵਾਰਡ ਜੋ ਕਿ ਪੰਜਾਬ ਦਾ ਸਭ ਤੋਂ ਵੱਡਾ ਅਵਾਰਡ ਹੈ, ਅਰਜਨ ਅਵਾਰਡ ਦੇਸ਼ ਦਾ ਸਭ ਤੋਂ ਵੱਡਾ ਅਵਾਰਡ ਹੈਗਾ। ਇਹ ਅਵਾਰਡ ਜਿਹੜੇ ਆ ਕਦੋਂ ਤੇ ਕਿਵੇਂ ਇਹ ਸਬੱਬ ਬਣੇ ਵੀ ਦੱਸ ਦਿਓ। ਮੈਂ ਤੁਹਾਨੂੰ ਉਹੀ ਦੱਸਿਆ ਕਿ ਮੈਂ ਲੱਕੀ ਕਾਫੀ ਰਿਹਾ ਪਹਿਲਾ ਦਿਨ ਤੋਂ ਹੀ, ਕਿ ਮੇਰੇ ਨਾਲ ਜਿੰਨੇ ਵੀ ਮੇਰੇ
ਪਰਸਨੈਲਿਟੀਜ਼ ਜੁੜੀਆਂ ਆ, ਮੇਰੇ ਨਾਲ ਦੋਸਤ ਮਿੱਤਰ ਮਿਲੇ ਆ ਨਾ, ਉਹਨਾਂ ਨੇ ਮੇਰੇ ਇੱਥੇ ਤੱਕ ਪਹੁੰਚਣ ਦੇ ਵਿੱਚ ਕਾਫੀ ਹੈਲਪ ਕੀਤੀ ਕਿ ਸ਼ਾਇਦ ਮੈਂ ਅਗਰ ਇਹ ਕਹਾਂ ਕਿ ਉਹਨਾਂ ਨੇ ਮੈਨੂੰ ਇੱਥੇ ਤੱਕ ਪਹੁੰਚਾਇਆ ਤਾਂ ਗਲਤ ਨਹੀਂ ਹੋਊਗਾ। ਜੇ ਪਹਿਲਾਂ ਆਪਾਂ PHS ਸਪੋਰਟਸ ਐਂਡ ਯੂਥ ਐਂਡ ਸਪੋਰਟਸ ਕਲੱਬ ਦੀ ਗੱਲ ਕੀਤੀ ਆ, ਪਹਿਲਵਾਨ ਹੁਕਮਾ ਸਿੰਘ ਦੀ, ਉਹਦੇ ਵਿੱਚ ਜਿੰਨੇ ਮੈਂਬਰ ਸੀਗੇ ਉਹਨਾਂ ਨੇ ਮਤਲਬ ਮੈਨੂੰ ਇੱਧਰ ਨੂੰ ਕੀਤਾ। ਫਿਰ ਵਿਜੇ ਮਨੀਸ਼ਵਰ ਜੀ ਆ ਗਏ। ਫਿਰ ਮੈਨੂੰ ਫਾਈਨੈਂਸ਼ੀਅਲ ਹੈਲਪ ਦੇ ਵਾਸਤੇ ਜਫਰ ਭਾਜੀ ਆ ਸਾਡੇ, ਜਸਵੰਤ ਸਿੰਘ ਜਫਰ ਜੀ, ਉਹਨਾਂ ਨੇ ਹੈਲਪ ਕੀਤੀ ਆ ਮੇਰੀ। ਕੈਪਟਨ ਪਿਆਰਾ ਸਿੰਘ ਜੀ ਦੇਖਿਆ ਜਾਵੇ। ਤੇ ਜਦੋਂ ਮਨੀਸ਼ਵਰ ਸਰ ਦੇ ਲਿੰਕ 'ਚ ਆਇਆ ਤਾਂ ਮੈਂ ਫਿਰ ਵਰਲਡ ਚੈਂਪੀਅਨਸ਼ਿਪ ਖੇਡੀ, ਤਾਂ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਮੈਂ ਕੁਆਲੀਫਾਈ ਕਰ ਗਿਆ ਸੀਗਾ ਪੈਰਾਲੰਪਿਕਸ ਦੇ ਵਿੱਚ। ਔਰ ਪੈਰਾਲੰਪਿਕਸ ਦੇ ਵਿੱਚ ਜਾ ਕੇ ਮੇਰਾ ਉੱਥੇ ਬ੍ਰੌਂਜ਼ ਮੈਡਲ ਪੈ ਗਿਆ। ਔਰ ਪੈਰਾਲੰਪਿਕਸ ਦਾ ਮੈਡਲ ਤਾਂ ਉਸ ਤੋਂ ਉੱਪਰ ਕੋਈ ਹੈ ਨਹੀਂ ਗਾ ਨਾ, ਜਿੱਦਾਂ ਜਨਰਲ ਦੇ ਵਿੱਚ ਓਲੰਪਿਕ ਦਾ ਮੈਡਲ ਦੀ ਕੋਈ ਤੋੜ ਨਹੀਂ ਗਾ, ਅਤੇ ਇਸ ਤਰੀਕੇ ਨਾਲ ਪੈਰਾਲੰਪਿਕਸ ਦੇ ਵਿੱਚ ਅਤੇ ਮੇਰੇ ਇੱਕੋ ਹੀ ਇੰਟਰਨੈਸ਼ਨਲ ਦੋ ਹੀ ਮੈਡਲ ਕਾਊਂਟ ਹੋਏ ਆ। ਇੱਕ ਇਹ ਪੈਰਾਲੰਪਿਕ ਦਾ ਜਿਹੜਾ ਬ੍ਰੌਂਜ਼ ਮੈਡਲ ਸੀ, ਅਤੇ ਇੱਕ ਏਸ਼ੀਆ ਚੈਂਪੀਅਨ ਓਪਨ ਦਾ ਜਿਹੜਾ ਸੀ। ਇਹ ਦੋਨੇ ਮੈਡਲਾਂ ਦੇ ਮਤਲਬ ਪੁਆਇੰਟ ਦੇ ਬੇਸ 'ਤੇ ਮੈਨੂੰ ਅਰਚਨਾ ਅਵਾਰਡ ਜਿਹੜਾ 2006 ਦੇ ਵਿੱਚ ਮਿਲਿਆ। ਜੀ ਪੰਜਾਬ ਦਾ ਹੁਣ ਆਪਾਂ ਗੱਲ ਕਰ ਲਈਏ, ਪੰਜਾਬ ਦਾ ਖੇਡ ਕਲਚਰ ਦੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ, ਵਿਦੇਸ਼ਾਂ ਦੀ ਆਪਾਂ ਕੰਪੈਰੀਜ਼ਨ ਕਰ ਰਹੇ ਹਾਂ। ਪੰਜਾਬ ਕਿਸੇ ਵੇਲੇ ਖੇਡਾਂ ਦੇ ਵਿੱਚ ਕਾਫੀ ਵਧੀਆ ਪਹਿਲੇ ਸਥਾਨ 'ਤੇ ਰਿਹਾ ਕਾਫੀ ਅਰਸਾ, ਪਰ ਅੱਜ ਜਿਹੜਾ ਪੰਜਾਬ ਦੇ ਹਾਲਾਤ ਹੈਗੇ ਆ, ਕਿਹੜੀਆਂ ਘਟੀਆਂ, ਕਿਉਂਕਿ ਤੁਸੀਂ ਗੇਮ ਦੇ ਵਿੱਚੋਂ ਇਹਨਾਂ ਚੀਜ਼ਾਂ 'ਚੋਂ ਨਿਕਲੇ ਆ, ਗੁਜ਼ਰੇ ਆ, ਕਿਹੜੀਆਂ ਜਿਹੜੀਆਂ ਮੁਸ਼ਕਿਲਾਂ ਆ ਖਿਡਾਰੀਆਂ ਨੂੰ ਜਿਹੜੀਆਂ ਦਰਪੇਸ਼ ਆਉਂਦੀਆਂ ਜਦੋਂ ਸਰਕਾਰਾਂ ਤੋਂ ਕੋਈ ਸਾਧਨ ਲੈਣੇ ਆ, ਕੋਈ ਸਹੂਲਤਾਂ ਲੈਣੀਆਂ ਹੈਗੀਆਂ? ਹਾਂ ਬਿਲਕੁਲ, ਸਪੋਰਟਸ ਕਲਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮੈਨੂੰ ਲੱਗਦਾ ਵੀ ਕਾਊਂਟ ਹੁੰਦੀਆਂ। ਮੇਨ ਜੇ ਧੁਰਾ ਮੰਨੀਏ ਤਾਂ ਸਰਕਾਰ ਹੀ ਮੰਨੀ ਜਾਂਦੀ ਆ। ਕਿਉਂ? ਕਿਉਂਕਿ ਸਰਕਾਰ ਦਾ ਮਤਲਬ ਇਹ ਹੁੰਦਾ ਕਿ ਲੋਕਾਂ ਨੂੰ, ਸਾਡੇ ਜਿਹੜੀ ਪਬਲਿਕ ਹੈ ਉਹਨੂੰ ਕਿੱਧਰ ਨੂੰ ਲਾਉਣਾ, ਜਨਰੇਸ਼ਨ ਨੂੰ ਕਿੱਧਰ ਨੂੰ ਤੋਰਨਾ ਆ। ਜਿੱਦਾਂ ਨੂੰ ਆਪਾਂ ਬੱਚੇ ਨੂੰ ਤੋਰਨਾ ਚਾਹੁੰਦੇ, ਸਾਨੂੰ ਉੱਦਾਂ ਦਾ ਮਾਹੌਲ ਦੇਣਾ ਪੈਣਾ ਆ। ਜੇ ਅਸੀਂ ਸਪੋਰਟਸ ਵੱਲ ਨੂੰ ਤੋਰਨਾ ਤਾਂ ਸਾਨੂੰ ਸਪੋਰਟਸ ਦਾ ਮਾਹੌਲ ਦੇਣਾ ਪੈਣਾ ਹੈ ਨਾ। ਅਤੇ ਜੇ ਅਸੀਂ ਕੋਈ ਆਪਣੇ ਘਰ ਦੀ ਗੱਲ ਕਰ ਲਓ, ਜੇ ਆਪਣੇ ਘਰ ਦੇ ਵਿੱਚ ਬੱਚੇ ਆ, ਜੇ ਆਪਾਂ ਉਹਨਾਂ ਨੂੰ ਕੋਈ ਟਾਰਗੇਟ ਨਹੀਂ ਦੇਵਾਂਗੇ, ਗੋਲ ਨਹੀਂ ਦੇਵਾਂਗੇ, ਫਿਰ ਤਾਂ ਉਹਨਾਂ ਦੇ ਮਨ ਵਿੱਚ ਜੋ ਆਊਗਾ ਉਹਨੇ ਉਹੀ ਕਰਨਾ ਹੈ ਨਾ। ਹਾਂ, ਸ਼ਕਤੀ ਤਾਂ ਉਹ ਬੱਚਿਆਂ 'ਚ ਪੋਟੈਂਸ਼ੀਅਲ ਤਾਂ ਹੁੰਦੀ ਆ। ਉਹ ਬੱਚੇ ਜਾਂ ਤਾਂ ਆਪਣੀ ਮਰਜ਼ੀ ਨਾਲ ਯੂਜ਼ ਕਰਨਗੇ, ਫਿਰ ਉਹ ਕਿਸੇ ਪਾਸੇ ਨੂੰ ਵੀ ਯੂਜ਼ ਹੋ ਸਕਦੀ ਆ, ਜਾਂ ਇੱਕ ਬੱਚਿਆਂ ਨੂੰ ਮਾਹੌਲ ਦਿੱਤਾ ਜਾਵੇ। ਅਤੇ ਜਿਹੜਾ ਮੈਨੂੰ ਲੱਗਦਾ ਜਿਹੜਾ ਗੈਪ ਆਪਣਾ ਹੋਇਆ, ਅੱਜ ਦਾ ਮੈਂ 2000 ਦੀ ਗੱਲ ਕਰਦਾ, ਉਸ 90s ਦੇ ਟਾਈਮ ਦੀ, ਤਾਂ ਉਸ ਟਾਈਮ 'ਤੇ ਵੀ ਮਤਲਬ ਆਪਣੇ ਅੱਜ ਆਪਾਂ ਜਿੱਦਾਂ ਗੱਲ ਕਰਦੇ ਸੀਗੇ ਵੀ ਨੈਸ਼ਨਲ ਗੇਮਾਂ ਦੇ ਵਿੱਚ ਇੰਡੀਆ ਪਹਿਲੇ ਨੰਬਰ 'ਤੇ ਹੁੰਦਾ ਸੀ, ਅੱਜ 6ਵੇਂ ਨੰਬਰ 'ਤੇ ਕਰੰਟਲੀ ਆ। ਹਜੇ 5 ਦਿਨ ਹੋਰ ਪਏ ਆ ਨੈਸ਼ਨਲ ਗੇਮਾਂ ਦੇ, ਪਤਾ ਨਹੀਂ ਕਿਹੜੀ ਪੋਜੀਸ਼ਨ 'ਤੇ ਆਊਗਾ। ਅਤੇ ਉਹ ਵਜ੍ਹਾ ਇਹੀ ਆ ਕਿ ਸਾਡੇ ਕੋਲ ਜਿਹੜਾ ਸਪੋਰਟਸ ਕਲਚਰ ਅਸੀਂ ਤਿਆਰ ਨਹੀਂ ਕਰ ਸਕੇ, ਹੈ ਨਾ। ਦੂਸਰਾ ਜਿਹੜੀ ਇਹ ਸਾਡੇ ਆਪਣੇ ਟਰਾਂਸਫਰਮੇਸ਼ਨ ਹੋਈ ਆ ਆਪਣੇ ਸਮਾਜ ਦੀ, ਉਹ ਵੀ ਜ਼ਿੰਮੇਵਾਰ ਆ। ਕਿਉਂ? ਅਸੀਂ ਸਾਰੇ ਟੀਚਰ ਵੀ, ਮਾਂ ਬਾਪ ਵੀ ਬੱਚਿਆਂ ਨੂੰ ਮਸ਼ੀਨ ਬਣਾਉਣੀ ਚਾਹੁੰਦੇ ਆ, ਕਿਉਂਕਿ ਅਸੀਂ ਚਾਹੁੰਦੇ ਜੀ ਸਾਨੂੰ 90%, 95%, 98% ਨੰਬਰ ਚਾਹੀਦਾ। ਅਸੀਂ ਪਰਸੈਂਟੇਜ ਦੇ ਪਿੱਛੇ ਭੱਜਦੇ ਹਾਂ। ਜੇ ਅਸੀਂ 95% ਵਾਲ ਨੂੰ ਉੱਧਰ ਭੱਜਦੇ ਹਾਂ ਤਾਂ ਬੱਚਿਆਂ ਕੋਲ ਖੇਲਣ ਦਾ ਟਾਈਮ ਨਹੀਂ ਹੋਊਗਾ, ਹੈ ਨਾ, ਕਿਉਂਕਿ ਬੱਚੇ ਮਸ਼ੀਨ ਨਹੀਂ ਹੈਗੀ। ਜਫਰ ਭਾਈ ਦੀ ਮੈਨੂੰ ਕਵਿਤਾ ਦੇ ਵਿੱਚੋਂ 2 ਲਾਈਨਾਂ ਯਾਦ ਹੈ। ਉਹ ਕਹਿੰਦੇ ਵੀ ਹਰ ਬੰਦਾ ਜਿਹੜਾ ਹਿਊਮਨ ਬੀਇੰਗ ਆ ਇੱਥੇ ਪੈਦਾ ਹੋ ਗਿਆ, ਉਹ ਮਸ਼ੀਨ ਨਹੀਂ ਹੈਗੀ, ਉਹਨੂੰ ਜੀਣ ਦਾ ਹੱਕ ਆ, ਉਹਨੂੰ ਹਰ ਤਰ੍ਹਾਂ ਦਾ ਮਾਹੌਲ ਮਿਲਣਾ ਚਾਹੀਦਾ ਆ, ਉਹਦੀ ਐਜੂਕੇਸ਼ਨ ਦਾ ਮਾਹੌਲ ਮਿਲਣਾ ਚਾਹੀਦਾ, ਸਪੋਰਟਸ ਦਾ ਵੀ ਮਿਲਣਾ ਚਾਹੀਦਾ, ਅਤੇ ਜਿਹੜਾ ਸੋਸ਼ਲ ਇਨਵਾਇਰਮੈਂਟ ਹੈ ਉਹ ਵੀ ਉਹਨੂੰ ਵਧੀਆ ਮਿਲਣਾ ਚਾਹੀਦਾ ਆ। ਪਰ ਅਸੀਂ ਪੜ੍ਹੇ ਲਿਖੇ ਲੋਕ ਜ਼ਿਆਦਾ ਇਹ ਕਰਦੇ ਆ ਕਿ ਬੱਚਿਆਂ ਨੂੰ ਕਹਿੰਦੇ ਨਹੀਂ ਜੀ ਸਾਨੂੰ ਤਾਂ ਇੰਨੇ % ਨੰਬਰ ਚਾਹੀਦੇ, ਅਤੇ ਫਿਰ ਉਹ ਮਸ਼ੀਨ ਵਾਲਾ ਕੰਮ ਹੋ ਗਿਆ ਕਿ ਇੱਕ ਮਸ਼ੀਨ ਆਪਾਂ ਫਿੱਟ ਕਰਤੀ ਆ, ਉਹ ਚੀਜ਼ਾਂ ਰਿਜ਼ਲਟ ਆਈ ਜਾਊਗਾ। ਅਤੇ ਅਸੀਂ ਵੀ ਜ਼ਿੰਮੇਦਾਰ ਹੈਗੇ ਮੇਰੇ ਹਿਸਾਬ ਨਾਲ। ਤੁਸੀਂ ਇੰਟਰਨੈਸ਼ਨਲ ਲੈਵਲ 'ਤੇ ਓਲੰਪਿਕ ਜਿਹੜਾ ਮੈਡਲ ਉਹ ਵੀ ਹਾਸਲ ਕਰ ਲਿਆ ਹੈਗਾ ਆ, ਕਿਉਂਕਿ ਪੈਰਾ ਓਲੰਪਿਕ ਦੀ ਆਪਾਂ ਗੱਲ ਕਰਦੇ, ਇਹਨਾਂ ਖੇਡਾਂ ਦੀ ਜਦੋਂ ਗੱਲ ਕਰਦੇ ਹਾਂ, ਤੁਹਾਡੇ ਤੋਂ ਬਾਅਦ ਪੰਜਾਬ ਦੇ ਵਿੱਚ ਕੀ ਸਥਿਤੀ ਆ? ਇਹ ਵੀ ਸਾਡੇ ਜਾਣਨ ਵਿੱਚ ਆਇਆ ਸੀਗਾ ਵੀ ਤੁਸੀਂ ਪੰਜਾਬ ਲੈਵਲ 'ਚ ਕੋਈ ਕੋਚਿੰਗ ਸੈਂਟਰ ਵਗੈਰਾ ਇੱਦਾਂ ਵੀ ਸ਼ੁਰੂਆਤ ਕੀਤੀ ਸੀ, ਕੋਸ਼ਿਸ਼ਾਂ ਕੀਤੀਆਂ ਸੀ, ਤੁਹਾਡੇ ਤੋਂ ਬਾਅਦ ਵੀ ਇਹ ਪਰੰਪਰਾ ਲਗਾਤਾਰ ਚੱਲਦੀ ਰਹੇ? ਬਿਲਕੁਲ ਜੀ, ਕਿਉਂਕਿ ਜਦੋਂ ਮੈਂ ਪਾਵਰ ਲਿਫਟਿੰਗ ਸ਼ੁਰੂ ਕੀਤੀ ਆ, ਕਿਉਂਕਿ ਜਨਰਲ ਪਾਵਰ ਲਿਫਟਿੰਗ ਤੋਂ ਮੈਂ ਇੱਧਰ ਟਰਨ ਹੋ ਗਿਆ 2003 ਦੇ ਵਿੱਚ ਪੈਰਾ ਵੱਲ ਨੂੰ, ਅਤੇ ਉਸ ਵੇਲੇ ਮੈਂ ਇਕੱਲਾ ਹੀ ਸੀਗਾ, 1 ਮੈਨ ਆਰਮੀ ਕਹਿ ਦਈਏ। ਅਤੇ ਮੈਨੂੰ 2003 ਦੀ ਜਦੋਂ ਨੈਸ਼ਨਲ ਚੈਂਪੀਅਨਸ਼ਿਪ ਦਾ, ਕਿਉਂਕਿ ਮੇਰੇ ਸਿੱਧੇ ਫਿਰ ਮਨੀਸ਼ਵਰ ਸਰ ਨਾਲ ਲਿੰਕ ਸੀਗੇ, ਕੋਈ ਐਸੋਸੀਏਸ਼ਨ ਤਾਂ ਹੈ ਨਹੀਂ ਸੀ, ਉਹਨੇ ਮੈਨੂੰ ਫੋਨ ਕਰਨਾ ਵੀ ਨੈਸ਼ਨਲ ਚੈਂਪੀਅਨਸ਼ਿਪ ਹੋ ਰਹੀ ਆ, ਤੁਸੀਂ ਆਓ। ਤਾਂ ਮੈਨੂੰ ਯਾਦ ਹੈ ਮੈਂ 2003 ਦੇ ਵਿੱਚ ਪੰਜਾਬ ਦੀ ਟੀਮ ਬਣਾ ਕੇ ਆਪਣੇ ਇੰਡੀਵਿਜੂਅਲ ਤੌਰ 'ਤੇ ਆਪਣੇ ਇੱਥੇ PHS ਯੂਥ ਐਂਡ ਸਪੋਰਟਸ ਕਲੱਬ ਦੇ ਵਿੱਚ ਟਰਾਇਲ ਰੱਖੇ ਸੀਗੇ। 5 ਮੈਂਬਰੀ ਟੀਮ ਬਣਾ ਕੇ ਮੈਂ ਲੈ ਕੇ ਗਿਆ ਸੀਗਾ। ਬੇਸ਼ੱਕ ਸਾਰਾ ਖਰਚਾ ਸਾਡਾ ਆਪੋ ਆਪਣਾ ਸੀਗਾ, ਜਿਹੜੇ ਪਲੇਅਰ ਗਏ ਉਹ ਆਪਣਾ ਹੁਣ ਤਾਂ ਸਹੂਲਤ ਮਿਲਦੀ ਆ, ਪਰ ਉਸ ਵੇਲੇ ਉਹਨਾਂ ਦਾ ਆਪਣਾ ਖਰਚਾ ਸੀ। ਉਸ ਵੇਲੇ ਮੈਂ 5 ਮੈਂਬਰ ਜਾਣੀ ਕਿ ਟੀਮ ਨੂੰ ਚੁਣ ਕੇ ਲੈ ਕੇ ਗਿਆ ਸੀਗਾ। ਮਤਲਬ ਮੇਰੀ ਟੀਮ ਬਣਾਉਣ ਦਾ ਇੱਕ
ਕੀ ਗੱਲ ਇਹ ਜਜ਼ਬਾ ਉਦੋਂ ਹੀ ਪੈਦਾ ਹੋ ਗਿਆ ਸੀ ਕਿ ਨਹੀਂ ਇੱਕ ਸਪੋਰਟਸ ਕਲਚਰ ਬਣਨਾ ਚਾਹੀਦਾ ਆ। ਫਿਰ 2006 ਦੇ ਵਿੱਚ ਮੇਰੀ ਮੁਲਾਕਾਤ ਹੋਈ ਸਾਡੇ ਪ੍ਰਵਿੰਦਰ ਸਿੰਘ ਜੀ ਰਿੰਕੂ ਆ, ਪੰਜਾਬ ਪੁਲਿਸ ਦੇ ਵਿੱਚ ASI ਆ, ਪਾਵਰ ਲਿਫਟਰ, ਫਾਰਮਰ ਪਾਵਰ ਲਿਫਟਰ ਸੀਗੇ ਜਨਰਲ ਦੇ, ਪੁਲਿਸ ਦੇ ਵਿੱਚੋਂ ਡਿਊਟੀ 'ਤੇ ਆਉਂਦੇ ਉਹਨਾਂ ਦਾ ਐਕਸੀਡੈਂਟ ਹੋ ਗਿਆ। ਐਕਸੀਡੈਂਟ ਹੋਣ ਤੋਂ ਬਾਅਦ 'ਚੋਂ ਨੀਚੇ ਵਾਲਾ ਪੋਰਸ਼ਨ ਉਹਦਾ ਬਿਲਕੁਲ ਡੈੱਡ ਹੋ ਗਿਆ ਸੀਗਾ, ਸਪਾਈਨਲ ਇੰਜਰੀ ਆਉਣ ਦੇ ਕਰਕੇ। ਤਾਂ ਉਹਨਾਂ ਦੇ ਮਿਲਣ ਤੋਂ ਬਾਅਦ ਵਿੱਚ ਅਸੀਂ 2 ਬੰਦੇ ਮਿਲ ਕੇ ਇੱਕ ਐਸੋਸੀਏਸ਼ਨ ਬਣ ਗਈ ਸੀ ਕਿ ਉਹਨਾਂ ਦੀ ਜਿਹੜੀ ਵੈਲ ਪਾਵਰ ਜਾਂ ਜੇ ਕਹਦੀ ਉਹਨਾਂ ਦਾ ਸਹਿਯੋਗ ਬਹੁਤ ਮਿਲਿਆ। ਫਿਰ ਅਸੀਂ 2007 ਦੇ ਵਿੱਚ ਪੰਜਾਬ ਦੀ ਪਾਵਰ ਲਿਫਟਿੰਗ ਐਸੋਸੀਏਸ਼ਨ ਦਾ ਗਠਨ ਕੀਤਾ ਸੀਗਾ, ਅਤੇ 7 ਦੇ ਵਿੱਚ ਹੀ ਫਿਰ ਅਸੀਂ ਗਠਨ ਕਰਕੇ ਇਹ ਇੱਕ ਡਿਸੀਜਨ ਲਿਆ ਸੀਗਾ ਕਿ ਅਸੀਂ ਨੈਸ਼ਨਲ ਚੈਂਪੀਅਨਸ਼ਿਪ ਵੀ ਪੰਜਾਬ 'ਚ ਹੀ ਕਰਵਾਉਣੀ ਆ, ਔਰ ਕਰਵਾਈ ਲੁਧਿਆਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਰਵਾਈ ਸੀਗੀ। ਔਰ 2007 ਤੋਂ ਲੈ ਕੇ ਪੰਜਾਬ ਦੀ ਟੀਮ 2015-18 ਤੱਕ ਪੰਜਾਬ ਟੀਮ ਚੈਂਪੀਅਨ ਰਹੀ ਪਾਵਰ ਲਿਫਟਿੰਗ ਦੇ ਵਿੱਚ, ਅਤੇ ਬਹੁਤ ਵਧੀਆ ਸਾਡਾ ਰਿਜ਼ਲਟ ਰਿਹਾ ਉਦੋਂ ਤੱਕ। ਕੁਛ ਨਾਮਵਰ ਖਿਡਾਰੀਆਂ ਦੇ ਨਾਂ ਜਿਹੜੇ ਪੈਰਾ ਇਹ ਪਾਰਟੀਸਪੇਟ ਜਿਹੜਾ ਕਰਦੇ ਹੈਗੇ ਆ, ਕਿਉਂਕਿ ਦੇਖੀਆਂ ਆਪਾਂ ਸੁਰਖੀਆਂ ਦੇਖਦੇ ਨੇ ਅਖਬਾਰਾਂ ਦੀਆਂ, ਉਹਦੇ ਵਿੱਚ ਕਈ ਬੱਚੀਆਂ ਆ ਉਹਨਾਂ ਨੇ ਵੀ ਕਾਫੀ ਜਿਹੜਾ ਨਾਮ ਹਾਸਲ ਕੀਤਾ ਹੈਗਾ ਆ। ਕੁਝ ਨਾਮਵਰ ਜਿਹੜੇ ਖਿਡਾਰੀ ਹੈਗੇ ਇਸ ਫੀਲਡ ਦੇ। ਹਾਂਜੀ, ਪੰਜਾਬ ਦੇ ਵਿੱਚੋਂ ਪਾਵਰ ਲਿਫਟਿੰਗ ਦੀ ਮੈਂ ਗੱਲ ਕਰਦਾ, ਵੈਸੇ ਤਾਂ ਪੈਰਾ ਦੇ ਵਿੱਚ ਵੀ, ਉਸ ਤੋਂ ਬਾਅਦ ਵਿੱਚ ਫਿਰ ਐਥਲੈਟਿਕਸ ਦੇ ਵਿੱਚ ਵੀ, ਬੈਡਮਿੰਟਨ ਦੇ ਵਿੱਚ ਵੀ, ਆਰਚਰੀ ਵਿੱਚ ਵੀ ਪਲੇਅਰ ਆਪਣੇ ਹੋਏ ਆ। ਆਪਾਂ ਗੱਲ ਕਰਦੇ ਹਾਂ ਜਦੋਂ 2006 ਦੇ ਵਿੱਚ ਫਿਰ ਹੋ ਗਿਆ, ਉਸ ਤੋਂ 2007 ਦੇ ਵਿੱਚੋਂ 2007 ਦੇ ਵਿੱਚ ਫਿਰ ਅਸੀਂ ਜਿਹੜੀ ਅਕੈਡਮੀ ਗਹੌਰ ਖੋਲ੍ਹੀ ਅਸੀਂ ਜੀ। ਗਹੌਰ ਅਕੈਡਮੀ ਸੀ, ਉਹਦਾ ਸਾਡਾ ਮੇਨ ਮੋਟੋ ਇਹੀ ਸੀਗਾ ਕਿ ਜਿਹੜੇ ਬਿਗਨਰ ਆ, ਗ੍ਰਾਸ ਰੂਟ ਬੱਚੇ ਆ, ਉਹਨਾਂ ਨੂੰ ਲਿਆ ਕੇ ਇੱਕ ਬੇਸਿਕ ਨੌਲੇਜ ਦਿੱਤੀ ਜਾਵੇ ਵੀ ਤੁਸੀਂ ਕਿਹੜੀ ਗੇਮ ਕਰਨੀ ਹੈ, ਉਹਦਾ ਕੀ ਫਾਇਦਾ ਆ। ਅਸੀਂ ਆਰਚਰੀ, ਐਥਲੈਟਿਕਸ ਔਰ ਪਾਵਰ ਲਿਫਟਿੰਗ ਦੀ ਟ੍ਰੇਨਿੰਗ ਦਿੰਦੇ ਸੀਗੇ। ਫਿਰ ਅਸੀਂ 2 ਬੱਚੇ ਇੱਥੋਂ ਕੱਢੇ, ਗੁਰਸਾਹਿਬ ਸਿੰਘ ਐਂਡ ਮਹਾਵੀਰ ਐਥਲੈਟਿਕਸ ਦੇ ਵਿੱਚ 2006 ਜਾਂ 7 ਦੀ ਗੱਲ ਆ ਇਹ। ਤਾਂ ਉਸ ਤੋਂ ਬਾਅਦ ਉਹ ਐਥਲੈਟਿਕਸ ਦਾ ਬੀਜ ਵੀ ਲੱਗ ਗਿਆ ਜੀ। ਤਾਂ ਫਿਰ ਐਥਲੈਟਿਕਸ ਵਾਲੇ ਅਲੱਗ ਹੋ ਗਏ, ਉਹਨਾਂ ਨੇ ਆਪਣਾ ਇੱਕ ਅਲੱਗ ਬਣਾ ਕੇ ਵਧੀਆ ਪਲੇਅਰ ਆਪਣੇ ਐਥਲੈਟਿਕਸ ਦੇ ਵਿੱਚ ਵੀ ਹੋ ਗਏ। ਤਾਂ ਪਾਵਰ ਲਿਫਟਿੰਗ ਤਾਂ ਇੱਧਰ ਆਲਰੇਡੀ ਚੱਲਦੀ ਆ ਰਹੀ ਸੀ, ਹੁਣ ਵੀ ਚੱਲਦੀ ਆ ਰਹੀ ਆ। ਅਤੇ ਬੈਡਮਿੰਟਨ ਦੇ ਵਿੱਚ ਆਪਣੇ ਪੰਜਾਬ ਦੇ ਰਾਜ ਕੁਮਾਰ ਆ, ਅਰਜਨ ਵਾਡੀਆ, ਸੰਜੀਵ ਕੁਮਾਰ ਆ, ਮਹਾਰਾਜਾ ਰਣਜੀਤ ਸਿੰਘ ਵਾਡੀਆ, ਅਤੇ ਪਰਮਿੰਦਰ ਜੀ ਦਾ ਤੁਸੀਂ ਜਾਣਦੇ ਹੀ, ਉਹ ਵਰਲਡ ਮੈਡਲਿਸਟ ਆ ਅਤੇ ਸਟੇਟ ਅਵਾਰਡੀ ਆ ਉਹ। ਤਾਂ ਹੁਣ ਰੀਸੈਂਟਲੀ ਮੇਰੇ ਕੋਲ ਜਿੱਦਾਂ ਕਿ ਮੇਰੀ ਹੁਣ ਇਸ ਟਾਈਮ ਡਿਊਟੀ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਵਿੱਚ ਆ ਜੀ। ਪਾਵਰ ਲਿਫਟਿੰਗ ਦਾ ਇੱਕੋ ਹੀ ਇੱਕ ਸੈਂਟਰ ਜਿਹੜਾ ਸਪੋਰਟਸ ਅਥਾਰਟੀ ਨੇ ਖੋਲ੍ਹਿਆ ਉਹ ਗਾਂਧੀ ਨਗਰ ਦੇ ਵਿੱਚ ਆ, ਅਤੇ ਉਹਦੀ ਜਿਹੜੀ ਜ਼ਿੰਮੇਵਾਰੀ ਉਹ ਮੇਰੇ ਕੋਲ ਆ, ਕੋਚਿੰਗ ਦੀ ਵੀ ਅਤੇ ਟੈਲੈਂਟ ਆਈਡੈਂਟੀਫਿਕੇਸ਼ਨ ਦੀ ਵੀ। ਮਤਲਬ ਪੂਰੇ ਇੰਡੀਆ ਦੇ ਵਿੱਚ ਜਿੱਥੇ ਮੈਨੂੰ ਕੋਈ ਟੈਲੈਂਟ ਦਿਖਾਈ ਦਿੰਦਾ ਆ ਅਤੇ ਉਹ ਅਸੀਂ ਉੱਥੋਂ ਸਿਲੈਕਟ ਕਰਕੇ ਲਿਜਾਈਦਾ ਆ, ਆਪਣੇ ਕੋਲ ਲੈ ਜਾਈਦਾ। ਤਾਂ ਮੇਰੇ ਕੋਲ ਪੰਜਾਬ ਦੇ 4 ਬੱਚੇ ਆ ਹੁਣ ਪਾਵਰ ਲਿਫਟਿੰਗ ਦੇ ਵਿੱਚ ਜੀ। ਮਨਪ੍ਰੀਤ ਕੌਰ ਆ, ਪਰਮਜੀਤ ਕੁਮਾਰ ਆ, ਇੱਕ ਜਸਪ੍ਰੀਤ ਕੌਰ ਅਤੇ ਸੀਮਾ ਰਾਣੀ ਆ। 4 ਮੇਰੇ ਕੋਲ ਪੰਜਾਬ ਦੇ ਆ, ਅਤੇ 4 ਪਲੇਅਰ ਮੇਰੇ ਕੋਲ ਬਾਕੀ ਆਲ ਓਵਰ ਇੰਡੀਆ ਦੇ ਵਿੱਚੋਂ ਹੈਗੇ 8 ਪਲੇਅਰ ਆ ਮੇਰੇ ਕੋਲ। ਤਾਂ ਜਿਹੜੇ ਪਾਵਰ ਲਿਫਟਿੰਗ ਦੇ ਵਿੱਚ ਪਰਮਜੀਤ ਕੁਮਾਰ ਆ, ਉਹਨਾਂ ਨੇ ਵਰਲਡ ਚੈਂਪੀਅਨਸ਼ਿਪ ਦੇ ਵਿੱਚੋਂ ਦਸੰਬਰ 2021 ਦੇ ਵਿੱਚ ਮੈਡਲ ਲਿਆ, ਜਿਹੜਾ ਕਿ ਉਹ ਵੀ ਹਿਸਟੋਰਿਕ ਮੈਡਲ ਆ। ਮੇਰੇ ਕੋਲ ਬਾਕੀ ਮੈਡਲ ਸੀਗੇ, ਕਾਮਨਵੈਲਥ ਦਾ ਮੈਡਲ ਸੀਗਾ, ਏਸ਼ੀਆ ਗੇਮਾਂ ਦਾ ਮੈਡਲ ਸੀਗਾ, ਵਰਲਡ ਏਸ਼ੀਆ ਚੈਂਪੀਅਨਸ਼ਿਪ ਦਾ ਮੈਡਲ ਸੀ, ਓਲੰਪਿਕ ਦਾ ਮੈਡਲ ਸੀ, ਪਰ ਵਰਲਡ ਚੈਂਪੀਅਨਸ਼ਿਪ ਮੈਡਲ ਨਹੀਂ ਸੀ। ਤਾਂ ਉਹ ਮੇਰੇ ਲਈ ਇੱਕ ਇਹ ਵੀ ਬਹੁਤ ਖੁਸ਼ੀ ਦੀ ਗੱਲ ਆ, ਮਾਣ ਦੀ ਗੱਲ ਆ ਕਿ ਮੇਰੇ ਸਟੂਡੈਂਟ ਨੇ ਵਰਲਡ ਚੈਂਪੀਅਨਸ਼ਿਪ ਦਾ ਪਹਿਲਾ ਜਿਹੜਾ ਮੈਡਲ ਆ ਉਹ ਲਿਆ ਆ। ਅਤੇ ਮਨਪ੍ਰੀਤ ਕੌਰ ਆ, ਉਹਨਾਂ ਕੋਲ 2 ਏਸ਼ੀਆ ਚੈਂਪੀਅਨਸ਼ਿਪ ਦੇ 2 ਮੈਡਲ ਆ, ਅਤੇ ਉਹ ਵਰਲਡ ਚੈਂਪੀਅਨਸ਼ਿਪ ਅਤੇ ਕਾਮਨਵੈਲਥ ਵਿੱਚ ਪਾਰਟੀਸਪੇਟ ਕਰ ਚੁੱਕੇ ਆ। ਇਹ ਦੋਨੇ ਹੀ ਪਲੇਅਰ ਮੇਰੇ ਪੰਜਾਬ ਦੇ ਆਉਣ ਵਾਲੀਆਂ ਜਿਹੜੀਆਂ ਪੈਰਿਸ ਓਲੰਪਿਕ ਉਹਨਾਂ ਵਿੱਚ ਕੁਆਲੀਫਾਈ ਕਰ ਚੁੱਕੇ ਆ, ਅਤੇ ਉੱਥੇ ਮੈਨੂੰ ਲੱਗਦਾ ਵਧੀਆ ਰਿਜ਼ਲਟ ਦੇਣਗੇ। ਸੋ ਦਰਸ਼ਕਾਂ ਨੂੰ ਆਪਾਂ ਇਹ ਵੀ ਗੱਲ ਇੱਥੇ ਜ਼ਿਕਰ ਕਰਦੇ ਜਾਈਏ ਵੀ ਇੱਕ ਮੈਸੋਂਪੁਰ ਪਿੰਡ ਜੋ ਕਿ ਦੁਆਬੇ ਦਾ ਇੱਕ ਆਮ ਜਿਹਾ ਪਿੰਡ ਸੀਗਾ, ਉੱਥੋਂ ਇੱਕ ਬੱਚਾ ਉੱਠਦਾ ਆ, ਅਤੇ ਅੱਜ ਉਹ ਜਿਹੜਾ ਨੌਜਵਾਨ ਹੈਗਾ ਆ ਪੂਰੇ ਇੰਡੀਆ ਦੇ ਜਿਹੜੇ ਜਿੱਥੇ ਸਿਲੈਕਸ਼ਨ ਹੁੰਦੀ ਆ ਖਿਡਾਰੀਆਂ ਦੀ, ਉਸ ਅਹੁਦੇ 'ਤੇ ਵਿਰਾਜਮਾਨ ਹੈ ਕਿ ਜਿਹੜੇ ਪੂਰੇ ਦੇਸ਼ ਦੇ ਵਿੱਚ ਜਿਹੜਾ ਕੋਈ ਨਾਮਵਰ ਚਿਹਰਾ, ਜੇ ਕਿਤੇ ਵੀ ਕਲਾ ਹੈਗੀ, ਕਿਸੇ ਦੇ ਵਿੱਚ ਹੁਨਰ ਹੈਗਾ ਆ, ਉਸ ਕਲਾ ਨੂੰ ਪਰਖ ਕੇ ਉਹ ਦੁਨੀਆ ਦੇ ਸਾਹਮਣੇ ਪੇਸ਼ ਕਰਨ ਦਾ ਇਸ ਵੇਲੇ ਮੌਕਾ ਹੈਗਾ ਆ। ਅਤੇ ਇਹਨਾਂ ਨੇ ਆਪਣੀ ਪਰੰਪਰਾ ਨੂੰ ਅੱਗੇ ਵਧਾਉਂਦੇ ਹੋਏ ਆਪਣੇ ਤੋਂ ਬਾਅਦ ਵੀ ਜਿਹੜੇ ਨਾਮਵਰ ਜਿਹੜੇ ਖਿਡਾਰੀ ਆ ਉਹ ਇਸ ਫੀਲਡ ਦੇ ਵਿੱਚ ਦਿੱਤੇ ਹੈਗੇ ਆ। ਬਹੁਤ ਵੱਡੀਆਂ ਪ੍ਰਾਪਤੀਆਂ ਸਾਡੇ ਵੱਲੋਂ, ਸਾਡੇ ਚੈਨਲ ਵੱਲੋਂ ਤੋਂ ਬਹੁਤ ਤੁਹਾਨੂੰ ਮੁਬਾਰਕਾਂ। ਅਤੇ ਜਿਹੜੀਆਂ ਤੁਸੀਂ ਸੇਵਾਵਾਂ ਇਸ ਵੇਲੇ ਵੀ ਨਿਭਾ ਰਹੇ ਹੈਗੇ ਆ, ਬਖੂਬੀ ਇਸੇ ਤਰ੍ਹਾਂ ਨਿਭਾਉਂਦੇ ਰਹੋ। ਕੀ ਸੰਦੇਸ਼ ਕੀ ਦੇਣਾ ਚਾਹੋਗੇ ਨੌਜਵਾਨਾਂ ਨੂੰ, ਖਾਸ ਕਰ ਜਿਹੜੇ ਸਰੀਰਕ ਤੌਰ 'ਤੇ ਕਿਸੇ ਵਿੱਚ ਕੋਈ ਘਾਟ ਹੈਗੀ ਆ, ਉਹਨਾਂ ਵਿੱਚ ਝਿਜਕ ਹੁੰਦੀ ਆ ਕਿ ਅਸੀਂ ਕਿਵੇਂ ਇਸ ਫੀਲਡ ਨੂੰ ਅੱਗੇ ਲੈ ਤੋਂ, ਕਿਉਂਕਿ ਤੁਸੀਂ ਇੱਕ ਸਾਹਮਣੇ ਸਬੂਤ ਬੈਠੇ ਆ ਕਿਵੇਂ ਇਸ ਚੀਜ਼ ਤੋਂ ਨਿਜਾਤ ਪਾ ਕੇ ਆਪਾਂ ਇਹਨੂੰ ਪਿੱਛੇ ਛੱਡ ਕੇ ਵੀ ਮੇਰੇ 'ਚ ਕੋਈ ਸਰੀਰਕ ਘਾਟ ਹੈਗੀ ਆ, ਇਹਨੂੰ ਪਿੱਛੇ ਛੱਡ ਕੇ ਇੱਕ
ਇਹੋ ਜਿਹਾ ਮੁਕਾਮ ਹਾਸਲ ਕਰਨਾ, ਕਿਉਂਕਿ ਇਹ ਚੀਜ਼ ਕੋਈ ਸੌਖੀ ਨਹੀਂ ਹੈਗੀ। ਕਿਉਂਕਿ ਇਹ ਜਿਹੜਾ ਜਦੋਂ ਚੀਜ਼ ਇੱਕ ਵੀ ਚੀਜ਼ ਘਟ ਜਾਂਦੀ ਹੈ ਸਰੀਰ ਦੇ ਵਿੱਚ ਤਾਂ ਉਹ ਬੰਦੇ ਵਿੱਚ ਬਹੁਤ ਜ਼ਿਆਦਾ ਹੀਣ ਭਾਵਨਾ ਆ ਜਾਂਦੀ ਹੈ। ਇੱਕ ਉਸ ਚੀਜ਼ ਨੂੰ ਕਿਵੇਂ ਉਹ ਇਹਦੇ 'ਚੋਂ ਉਭਾਰ ਕੇ ਆਪਣੇ ਆਪ ਨੂੰ ਕਿਸੇ ਫੀਲਡ ਵਿੱਚ ਜਾਣਾ ਚਾਹੁਣ, ਅਤੇ ਇਹ ਇੱਕ ਤੁਹਾਡੀ ਪ੍ਰੇਰਨਾ ਆ ਉਹਨਾਂ ਵਾਸਤੇ ਵੀ, ਇੱਕ ਕਹਿ ਸਕਦੇ ਵੀ ਅੰਮ੍ਰਿਤ ਦਾ ਕੰਮ ਕਰੂਗੀ। ਉਹ ਤਾਂ ਹੈਗੀ ਆ। ਅਤੇ ਮੈਂ ਪਹਿਲਾਂ ਤਾਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿੱਦਾਂ ਪਹਿਲਾਂ ਅਸੀਂ 2006 ਦੇ ਵਿੱਚ ਅਕੈਡਮੀ ਬਣਾਈ ਸੀਗੀ ਗਹੌਰ ਦੇ ਵਿੱਚ, ਪੈਰਾ ਸਪੋਰਟਸ ਅਕੈਡਮੀ, ਅਤੇ ਉਹਦੇ ਵਿੱਚੋਂ ਅਸੀਂ ਮੇਰੇ ਖਿਆਲ ਦੇ ਵਿੱਚ 50 ਤੋਂ 60 ਬੱਚੇ ਅਸੀਂ ਨੈਸ਼ਨਲ ਜਿਹੜੇ ਪਾਰਟੀਸਪੇਸ਼ਨ ਕਰਵਾਈ ਆ, ਮੈਡਲਿਸਟ ਕੱਢੇ ਆ। ਅਤੇ ਮੈਂ ਉਸ ਵੇਲੇ ਮੈਨੂੰ ਪੰਜਾਬ ਗੌਰਮੈਂਟ ਦੇ ਵਿੱਚ ਮੈਂ ਜੇ ਕੋਚ ਜੂਨੀਅਰ ਕੋਚ ਕੰਮ ਕਰਦਾ ਸੀਗਾ। ਫਿਰ ਮੈਨੂੰ ਸਪੋਰਟਸ ਅਥਾਰਟੀ ਆਫ ਇੰਡੀਆ ਵੱਲੋਂ ਆਫਰ ਆ ਗਿਆ ਕਿ ਤੁਸੀਂ ਐਜ ਏ ਕੋਚ ਮਤਲਬ ਜੁਆਇਨ ਕਰ ਸਕਦੇ ਆ, ਅਤੇ ਪੇ ਗ੍ਰੇਡ ਦਾ ਫਰਕ ਪਿਆ ਸੀਗਾ, ਮੈਨੂੰ ਉੱਧਰ ਜਾਣਾ ਪੈ ਗਿਆ। ਅਤੇ ਪਰਵਿੰਦਰ ਜੀ ਇਕੱਲੇ ਉਸ ਅਕੈਡਮੀ ਨੂੰ ਅੱਗੇ ਵਧਾਉਂਦੇ ਰਹੇ, ਪਰ ਪਿੱਛੇ ਜਿਹੇ ਕੁਛ ਚੇਂਜਸ ਆਏ ਆ ਸਰਕਾਰ ਆਉਣ ਤੋਂ ਪਹਿਲਾਂ, ਸ਼ਾਇਦ ਇਲੈਕਸ਼ਨ ਤੋਂ ਪਹਿਲਾਂ, ਕਿ ਉਹਨਾਂ ਨੇ ਜਿੰਨੇ ਵੀ ਖਿਡਾਰੀ ਪੁਲਿਸ ਮੁਲਾਜ਼ਮ ਸੀਗੇ ਖੇਡਦੇ ਸੀਗੇ ਫੀਲਡ ਵਿੱਚ, ਉਹਨਾਂ ਸਾਰਿਆਂ ਨੂੰ ਡਿਊਟੀ 'ਤੇ ਚੜ੍ਹਤਾ ਜੀ। ਉਹ ਮੈਨੂੰ ਲੱਗਦਾ ਕਿ ਬਾਕੀਆਂ ਦਾ ਮੈਨੂੰ ਪਤਾ ਨਹੀਂ, ਮੈਂ ਪਰਸਨਲ ਜੇ ਪਰਵਿੰਦਰ ਜੀ ਦੀ ਗੱਲ ਕਰਾਂ ਅਤੇ ਉਹ ਸਾਡੇ ਲਈ ਜਾਂ ਪੈਰਾ ਸਪੋਰਟਸ ਲਈ ਕਾਫੀ ਨੁਕਸਾਨ ਵਾਲੀ ਗੱਲ ਹੋਈ ਆ ਕਿ ਉਹ ਜੇ ਹੁਣ ਇੱਕ ਬੰਦਾ ਡਿਊਟੀ 'ਤੇ ਕੰਮ ਕਰਦਾ ਅਤੇ ਉਹ ਕੋ ਸਪੋਰਟਸ ਲਈ ਕੰਮ ਕਰਨ ਦਾ ਟਾਈਮ ਨਹੀਂ ਹੈਗਾ ਨਾ। ਅਤੇ ਮੇਰੀ ਤਾਂ ਇਹ ਡਿਮਾਂਡ ਵੀ ਆ ਗੌਰਮੈਂਟ ਵੱਲੋਂ ਕਿ ਉਹਨੂੰ ਦੁਬਾਰਾ ਉਸ ਅਕੈਡਮੀ ਦੇ ਵਿੱਚ ਉਹਨੂੰ ਫ੍ਰੀ ਕੀਤਾ ਜਾਵੇ, ਨਾਲੇ ਤਾਂ ਉਹ ਆਪਣੀ ਟ੍ਰੇਨਿੰਗ ਵਧੀਆ ਕਰ ਸਕਦੇ ਆ। ਅਤੇ ਇੱਕ ਜਿਹੜੀ ਇੱਕ ਕਲਚਰ ਅਸੀਂ ਮੈਂ ਤੁਹਾਨੂੰ ਦੱਸਿਆ ਕਿ ਇਸ 10 ਸਾਲਾਂ ਦੇ ਵਿੱਚ 50 ਤੋਂ 60 ਬੱਚੇ ਤਾਂ ਇਹ ਨੈਸ਼ਨਲ ਕੱਢਦੇ ਆ, ਔਰ ਮੇਰੇ ਖਿਆਲ 10 ਬੱਚੇ ਅਸੀਂ ਇੰਟਰਨੈਸ਼ਨਲ ਕੱਢੇ ਆ, ਤਾਂ ਜਿਨ੍ਹਾਂ ਵਿੱਚੋਂ 2 ਬੱਚੇ ਤਾਂ ਹੁਣ ਇਹ ਟੌਪ 'ਤੇ ਇਸ ਟਾਈਮ ਬੈਠੇ ਆ। ਪਰਮਜੀਤ ਦੀ ਗੱਲ ਕਰੀਏ ਤਾਂ ਸਾਡੀ ਟੌਪਸ ਦੀ ਸਾਈ ਦੀ ਸਕੀਮ ਆ, ਟੌਪਸ ਟਾਰਗੇਟ ਓਲੰਪਿਕ ਪੋਡੀਅਮ ਸਕੀਮ ਚੱਲਦੀ ਆ, ਉਹਦੇ ਵਿੱਚ ਉਹ ਸਿਲੈਕਟ ਹੋ ਚੁੱਕਿਆ। ਉਹਨਾਂ ਨੂੰ 50,000 ਸਟਾਈਫੰਡ ਮਿਲਦਾ ਇੱਕ ਮਹੀਨੇ ਦਾ, ਅਤੇ ਮਤਲਬ ਹਾਈ ਕਲਾਸ ਉਹਨੂੰ ਫੈਸਿਲਿਟੀ ਮਿਲ ਰਹੀ ਆ। ਜੇ ਅਸੀਂ ਇੱਕ ਅਕੈਡਮੀ ਤੋਂ ਇੱਦਾਂ ਦੇ ਪਲੇਅਰ ਕੱਢ ਸਕਦੇ ਹਾਂ, ਅਤੇ ਉਸ ਅਕੈਡਮੀ ਨੂੰ ਮੈਨੂੰ ਲੱਗਦਾ ਵੀ ਉਹ ਚੱਲਣੀ ਚਾਹੀਦੀ ਆ, ਰੁਕਣੀ ਨਹੀਂ ਚਾਹੀਦੀ। ਮੇਰੀ ਤਾਂ ਗੌਰਮੈਂਟ ਦੇ ਮੂਹਰੇ ਵੀ ਇਹੀ ਰਿਕੁਐਸਟ ਵੀ ਆ, ਅਤੇ ਸਪੋਰਟਸ ਆਪਣੇ ਪੁਲਿਸ ਡਿਪਾਰਟਮੈਂਟ ਦੇ ਅੱਗੇ ਵੀ ਰਿਕੁਐਸਟ ਹੈ ਕਿ ਜੇ ਉਹ ਪਰਵਿੰਦਰ ਜੀ ਬਹੁਤ ਵਧੀਆ ਕੰਮ ਕਰ ਰਹੇ ਸੀਗੇ ਤਾਂ ਉਹਨੂੰ ਹੁਣ ਇੱਕ ਮਤਲਬ ਡਿਊਟੀ ਚੜ੍ਹਤਾ। ਉਹ ਤਾਂ ਇੱਕ ਕੋਈ ਵੀ ਮੁਲਾਜ਼ਮ ਕਰ ਸਕਦਾ ਕੰਮ ਡਿਊਟੀ ਵਾਲਾ, ਪਰ ਜਿਹੜਾ ਇਹ ਕੰਮ ਪਰਵਿੰਦਰ ਕਰ ਸਕਦੇ ਹੋਰ ਕੋਈ ਨਹੀਂ ਕਰ ਸਕਦਾ। ਪਹਿਲਾਂ ਤਾਂ ਇਹ ਆ ਵਾਕਈ ਜਿਹੜੀਆਂ ਲੋੜਾਂ ਖਿਡਾਰੀਆਂ ਦੀਆਂ ਉਹ ਕੋਚ ਖਿਡਾਰੀ ਹੀ ਜਿਹੜਾ ਉਹ ਪੂਰੀਆਂ ਕਰ ਸਕਦਾ ਆ। ਠੀਕ ਆ ਕਿ ਸਰਕਾਰਾਂ ਦੀਆਂ ਸਮੇਂ-ਸਮੇਂ ਲੋੜਾਂ ਹੁੰਦੀਆਂ ਵੀ ਕਈ ਆਪਾਂ ਕਹਿ ਦਿੰਦੇ ਵੀ ਬੇਕਾਰ ਕੰਮਾਂ 'ਤੇ ਜਿਹੜੀ ਸ਼ਕਤੀ ਆ ਸਾਡੇ ਜਿਹੜੇ ਪੁਲਿਸ ਮਹਿਕਮਾ ਆ ਜਿਹੜੇ ਮੁਲਾਜ਼ਮ ਆ ਉੱਥੇ ਲਗਾਏ ਜਾਂਦੇ, ਪਰ ਇਹ ਚੀਜ਼ ਬੇਕਾਰ ਨਹੀਂ ਹੈਗੀ। ਸਾਡੇ ਸਮਾਜ ਵਾਸਤੇ ਬਹੁਤ ਹੀ ਉਸਾਰੂ ਜਿਹੜੀ ਚੀਜ਼ ਹੈਗੀ ਆ। ਸਰਕਾਰਾਂ ਨੂੰ ਇਹੋ ਜਿਹੇ ਜਿਹੜੇ ਕੰਮ ਚੱਲਦੇ ਆ ਉਹਨਾਂ 'ਤੇ ਵੀ ਧਿਆਨ ਦੇਣ ਦੀ ਲੋੜ ਹੈ ਕਿ ਉਹ ਮੁਲਾਜ਼ਮ ਜਿਹੜਾ ਕਿਸੇ ਬੱਚੇ ਨੂੰ ਟ੍ਰੇਨਿੰਗ ਦੇ ਰਿਹਾ, ਖਾਸ ਕਰਕੇ ਜਿਹੜੇ ਅਪਾਹਜ ਜਾ ਕੇ ਦੇ ਕਿਸੇ ਘਾਟ ਕਰਕੇ ਇਸ ਫੀਲਡ ਦੇ ਵਿੱਚ ਆਏ ਆ, ਉਹਨਾਂ ਨੂੰ ਹੌਸਲਾ ਅਫਜ਼ਾਈ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ, ਨਾ ਕਿ ਉਹਨਾਂ ਦਾ ਹੌਸਲਾ ਤੋੜਨ ਦੀ ਜਿਹੜੀ ਇਹੋ ਜਿਹੀ ਕੋਈ ਕਾਰਵਾਈ ਕਰਨੀ ਚਾਹੀਦੀ। ਬਿਲਕੁਲ। ਅਤੇ ਦੂਸਰਾ ਮੇਰਾ ਜਿਹੜੇ ਸਾਡੇ ਨੌਜਵਾਨ ਆ, ਚਾਹੇ ਉਹ ਡਿਸੇਬਲ ਆ ਚਾਹੇ ਉਹ ਜਨਰਲ ਆ, ਮੈਨੂੰ ਲੱਗਦਾ ਨਹੀਂ ਗਾ ਕਿ ਕਿਸੇ ਵੀ ਤਰ੍ਹਾਂ ਦਾ ਦਿਲ ਛੱਡਣ ਦੀ ਲੋੜ ਆ ਜੀ। ਡਿਸੇਬਲ ਨੂੰ ਤਾਂ ਮੇਰੀ ਇਹੀ ਬੇਨਤੀ ਵੀ ਆ, ਸਲਾਹ ਵੀ ਆ ਕਿ ਡਿਸੇਬਲ ਤਾਂ ਇੱਕ ਅੰਗ ਦੀ ਘਾਟ ਹੋ ਸਕਦੀ ਆ, ਔਰ ਇੱਕ ਅੰਗ ਦੀ ਘਾਟ ਤੁਹਾਨੂੰ ਅੱਗੇ ਵਧਣ ਤੋਂ ਨਹੀਂ ਰੋਕ ਸਕਦੀ ਹੈ ਨਾ। ਅਤੇ ਜੇ ਆਪਾਂ ਅੱਗੇ ਵਧਣ ਦੀ ਗੱਲ ਕਰੀਏ ਤਾਂ ਪ੍ਰਮਾਤਮਾ ਨੇ ਇੱਦਾਂ ਦੇ ਬੱਚੇ ਵੀ ਸਾਨੂੰ ਦੇਖਣ ਨੂੰ ਮਿਲਦੇ ਆ ਕਿ ਜਿਹੜੇ ਸਭ ਕੁਝ ਸਹੀ ਹੋਣ ਦੇ ਬਾਵਜੂਦ ਵੀ ਕੁਛ ਨਹੀਂ ਕਰਦੇ, ਗਲਤ ਪਾਸੇ ਨੂੰ, ਨਸ਼ਿਆਂ ਵੱਲ ਨੂੰ ਜਾਂ ਹੋਰ ਕਿਸੇ ਕੰਮਾਂ ਵੱਲ ਨੂੰ ਤੁਰੇ ਫਿਰਦੇ ਆ। ਇਸ ਕਰਕੇ ਅੱਗੇ ਵਧਣ ਵਾਸਤੇ ਮਤਲਬ ਸਾਨੂੰ ਫੁੱਲ ਬੋਡੀ ਜਾਂ ਪੂਰੀ ਤਰ੍ਹਾਂ ਤੰਦਰੁਸਤ ਹੋਣ ਦੀ ਲੋੜ ਨਹੀਂ। ਜੇ ਇੱਕ ਅੱਧਾ ਕਮੀ ਸਾਨੂੰ ਕਿਤੇ ਪ੍ਰਮਾਤਮਾ ਨੇ ਦਿੱਤੀ ਹੋਈ ਆ, ਉਹਨੂੰ ਓਵਰਕਮ ਕਰਦੇ ਹੋਏ ਮਤਲਬ ਅੱਗੇ ਵਧਣਾ ਚਾਹੀਦਾ ਆ। ਕਿ ਜੇ ਮੈਂ ਤਾਂ ਦੁਬਾਰਾ ਫਿਰ ਇੱਕੋ ਹੀ ਕਰਦਾ ਗੱਲ ਕਿ ਜੇ ਪਰਵਿੰਦਰ ਜੀ ਸਾਡੇ ਵਰਲਡ 'ਚੋਂ ਮੈਡਲ ਲੈ ਸਕਦੇ, ਜਿਨ੍ਹਾਂ ਦਾ ਲੋਅਰ ਪੋਰਸ਼ਨ ਹੈ, ਜਿਨ੍ਹਾਂ ਨੂੰ ਥੱਲੇ ਆਪਣੀ ਜਿਹੜੀ ਰੂਟੀਨ ਸਾਡੀ ਕਿਰਿਆਵਾਂ ਆ ਉਹਨਾਂ ਦਾ ਵੀ ਪਤਾ ਨਹੀਂ ਲੱਗਦਾ, ਉਸ ਦੇ ਬਾਵਜੂਦ ਉਹ ਵਰਲਡ 'ਚੋਂ ਮੈਡਲ ਲੈਂਦੇ, ਤਾਂ ਮੈਨੂੰ ਲੱਗਦਾ ਹੋਰ ਤਾਂ ਕੋਈ ਵੀ ਲੈ ਸਕਦਾ ਆ। ਅਤੇ ਉਹਨਾਂ ਤੋਂ ਬਹੁਤ ਵੱਡੀ ਪ੍ਰੇਰਨਾ ਲੈਣੀ ਚਾਹੀਦੀ ਆ। ਮੈਂ ਤੁਹਾਨੂੰ ਰਿਕੁਐਸਟ ਵੀ ਕਰਦਾ ਕਿ ਉਹਨਾਂ ਦੀ ਵੀ ਇੱਕ ਇੰਟਰਵਿਊ ਲਾਇਓ, ਕਿਉਂਕਿ ਉਹ ਇੱਕ ਬਹੁਤ ਪ੍ਰੇਰਨਾ ਸਰੋਤ ਹੈ ਸਾਡੇ ਸਮਾਜ ਦੇ ਵਿੱਚ। ਅਤੇ ਇੱਕ ਕੋਈ ਵੀ ਅੰਗ ਆ ਜਾਂ ਕੁਛ ਵੀ ਆ, ਉਹਦੇ ਕੰਮ ਘੱਟ ਹੋਣ ਦੇ ਨਾਲ ਜ਼ਿੰਦਗੀ ਰੁਕ ਨਹੀਂ ਜਾਂਦੀ ਹੈ ਨਾ, ਪਰ ਸਾਨੂੰ ਉਹਦੇ ਵਿਕਲਪ ਲੱਭਣੇ ਪੈਂਦੇ ਆ, ਉਹ ਲੱਭਣੇ ਚਾਹੀਦੇ ਆ। ਸਾਨੂੰ ਕਿਸੇ ਦੀ ਸਲਾਹ ਲੈ ਲੈਣੀ ਚਾਹੀਦੀ ਆ, ਜਾਂ ਸਾਨੂੰ ਹੁਣ ਤਾਂ ਨੈੱਟ ਦਾ ਯੁੱਗ ਆ, ਸਾਡੇ ਕੋਲ ਮੈਜਿਕ ਬਾਕਸ ਸਾਡੇ ਹੱਥ 'ਚ ਰਹਿੰਦਾ ਹਮੇਸ਼ਾ, ਅਸੀਂ ਕੁਛ ਵੀ ਸਰਚ ਕਰ ਸਕਦੇ ਉਹਦੇ ਵਿੱਚ ਨਾ। ਅਤੇ ਇਹੀ ਆ ਮੇਰਾ ਸੰਦੇਸ਼ ਸਾਰੇ ਪੰਜਾਬੀਆਂ ਨੂੰ ਵੀ, ਨੌਜਵਾਨਾਂ ਨੂੰ, ਕਿ ਅੱਗੇ ਆਓ, ਆਪਾਂ ਪੰਜਾਬ ਨੂੰ ਅੱਗੇ ਵਧਾਈਏ, ਆਪਣਾ ਵੀ ਨਾਮ ਰੌਸ਼ਨ ਕਰੋ, ਪੰਜਾਬ ਦਾ ਵੀ ਕਰੋ, ਤਾਂ ਕਿ ਇੱਕ ਵਧੀਆ ਲਾਈਫ ਆਪਾਂ ਜੀ ਸਕੀਏ, ਇੱਜ਼ਤ ਮਾਣ ਵਾਲੀ ਲਾਈਫ ਜੀ ਸਕੀਏ। ਇੱਕ ਇਹੀ ਮੇਰੀ ਬੇਨਤੀ ਹੈ ਸਾਰਿਆਂ ਨੂੰ। ਸੋ ਬਹੁਤ ਬਹੁਤ ਧੰਨਵਾਦ ਸਾਡੇ ਵੱਡੇ ਵੀਰ ਰਜਿੰਦਰ ਸਿੰਘ ਰਹੇਲੂ। ਖੇਡਾਂ ਦੇ ਨਾਮ ਵਿੱਚ
ਖੇਡਾਂ ਦੇ ਖੇਤਰ ਵਿੱਚ ਇਹਨਾਂ ਨੇ ਜਿਹੜੀਆਂ ਉਪਲਬਧੀਆਂ ਹਾਸਲ ਕੀਤੀਆਂ, ਜਿੱਥੇ ਇਹਨਾਂ ਨੇ ਆਪਣੇ ਨਗਰ ਦਾ, ਪੰਜਾਬ ਦਾ, ਬਲਕਿ ਪੂਰੇ ਮੁਲਕ ਦਾ ਜਿਹੜਾ ਨਾਂ ਆ ਦੁਨੀਆ ਦੇ ਵਿੱਚ ਜਿਹੜਾ ਮਸ਼ਹੂਰ ਕੀਤਾ ਆ, 4 ਚੰਨ ਲਾਏ ਹੈਗੇ ਆ। ਤੇ ਸਾਡੀਆਂ ਸ਼ੁਭ ਇਛਾਵਾਂ ਨੇ ਇਸੇ ਤਰ੍ਹਾਂ ਜਿੱਥੇ ਇਹਨਾਂ ਨੇ ਆਪਣੀ ਗੇਮ ਖੇਡੀ ਆ, ਉਸ ਤੋਂ ਬਾਅਦ ਕੋਚਿੰਗ ਦੇ ਕੇ ਨਵੇਂ ਖਿਡਾਰੀ ਜਿਹੜੇ ਆ ਉਹ ਸਾਡੇ ਦੇਸ਼ ਨੂੰ ਦੇ ਰਹੇ ਆ। ਆਪਣੇ ਖੇਤਰ ਦੇ ਵਿੱਚ ਇਸੇ ਤਰ੍ਹਾਂ ਸੇਵਾਵਾਂ ਦਿੰਦੇ ਰਹਿਣ। ਨੌਜਵਾਨਾਂ ਵਾਸਤੇ, ਖਿਡਾਰੀਆਂ ਵਾਸਤੇ ਸਦਾ ਪ੍ਰੇਰਨਾ ਦਾ ਸਰੋਤ ਬਣੇ ਆ ਤੇ ਲਗਾਤਾਰ ਬਣੇ ਰਹਿਣਗੇ। ਤੋਂ ਇਹਨਾਂ ਸਾਰੇ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।